हेलो एवरीवन, लास्ट ਲੈਕਚਰ ਦੇ ਵਿੱਚ ਆਪਾਂ ਬੋਰਡ ਫੀਚਰਸ ਕਿਹੜੀ ਕੰਟਰੀ ਤੋਂ ਕੀ ਅਡਾਪਟ ਕਰਿਆ ਆਪਾਂ ਉਹ ਕਵਰ ਕਰਿਆ ਸੀ ਤੇ ਜਿਹੜਾ ਆਪਣਾ ਨੈਕਸਟ ਟੌਪਿਕ ਰਹਿਣ ਵਾਲਾ ਹੈ ਉਹ ਆਪਣਾ ਰਹਿਣ ਵਾਲਾ ਹੈ ਸ਼ਡਿਊਲ ਆਫ ਦੀ ਕਨਸਟੀਟਿਊਸ਼ਨ ਦੇ ਵਿੱਚ ਕੁਝ ਅਨੁਸੂਚੀਆਂ ਨੇ। ਦੇਖੋ ਆਪਾਂ ਜਦੋਂ ਇੰਟਰੋਡਕਟਰੀ ਲੈਕਚਰ ਦੇਖਿਆ ਸੀ ਆਪਾਂ ਇਹ ਦੇਖਿਆ ਸੀ ਜਿਹੜਾ ਕਨਸਟੀਟਿਊਸ਼ਨ ਦਾ ਸਟਰਕਚਰ ਹੈ, ਜਿਹੜਾ ਆਪਣਾ ਸੈਕੰਡ ਲੈਕਚਰ ਸੀ ਸਟਰਕਚਰ ਦੇ ਵਿੱਚ ਆਪਾਂ ਇਹ ਦੇਖਿਆ ਸੀ ਕਨਸਟੀਟਿਊਸ਼ਨ ਦੇ ਵਿੱਚ ਐਕਚੁਅਲੀ ਹੈਗਾ ਕੀ ਹੈ। ਆਪਾਂ ਕਨਸਟੀਟਿਊਸ਼ਨ ਦੀ ਸਟਾਰਟਿੰਗ ਹਿਸਟੋਰੀਕਲ ਬੈਕਗ੍ਰਾਉਂਡ ਦੇਖ ਲਈ, ਕਨਸਟੀਟਿਊਸ਼ਨ ਦੀ ਫਾਰਮੇਸ਼ਨ ਦੇਖ ਲਈ, ਕਿਦਾਂ ਅਸੈਂਬਲੀ ਬਣੀ, ਕਿਦਾਂ ਕੈਬਨਿਟ ਮਿਸ਼ਨ ਪਲਾਨ ਆਇਆ, ਕਿਹੜੇ ਪਰਸਨ ਉਹਦੇ ਵਿੱਚ ਪਾਰਟਿਸਿਪੇਟ ਕਰੇ, ਕਿਵੇਂ ਉਹਨਾਂ ਦੇ ਇਲੈਕਸ਼ਨ ਹੋਏ, ਉਹਦੇ ਬਾਅਦ ਉਹਨਾਂ ਨੇ ਜਿਹੜੇ ਮੀਟਿੰਗਸ ਕਰੀਆਂ, ਆਪਦੇ ਪ੍ਰੈਜ਼ੀਡੈਂਟ ਚੁਣੇ, ਫਾਈਨਲੀ ਕਨਸਟੀਟਿਊਸ਼ਨ ਬਣਾ ਕੇ ਤਿਆਰ ਕਰਤਾ। ਉਹਦੇ ਤੋਂ ਬਾਅਦ ਆਪਾਂ ਇਹ ਦੇਖਿਆ ਕਿਹੜੀ ਕਮੇਟੀ ਸੀ ਉਹਦੇ ਵਿੱਚ ਆਪਣੀ ਕਨਸਟੀਟਿਊਟ ਅਸੈਂਬਲੀ ਦੇ ਵਿੱਚ। ਫਾਈਨਲੀ ਆਪਾਂ ਉਹਦੇ ਤੋਂ ਬਾਅਦ ਆਪਾਂ ਦੇਖੇ ਸੀ ਕਨਸਟੀਟਿਊਸ਼ਨ ਦੇ ਫੀਚਰਸ। ਦੋ ਲੈਕਚਰ ਦੇ ਵਿੱਚ ਆਪਾਂ ਫੀਚਰਸ ਦੇਖੇ, ਫੀਚਰਸ ਤੋਂ ਬਾਅਦ ਆਪਾਂ ਅਗਲੇ ਦੋ ਲੈਕਚਰਸ ਦੇ ਵਿੱਚ ਨੈਕਸਟ ਦੇਖੇ ਸੀ ਕਿਹੜੀ ਕੰਟਰੀ ਤੋਂ ਕਿਹੜੇ ਫੀਚਰਸ ਆਪਾਂ ਅਡਾਪਟ ਕਰੇ ਹੈ। ਤਾਂ ਆਪਾਂ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਦੇ ਵਿੱਚ ਇਹ ਦੇਖਿਆ ਸੀ ਪੂਰਾ ਕਨਸਟੀਟਿਊਸ਼ਨ ਜਿਹੜਾ ਹੈਗਾ ਉਹ ਚਾਰ ਪਾਰਟਸ ਨੂੰ ਮਿਲਾ ਕੇ ਬਣਦਾ, ਮਤਲਬ ਚਾਰ ਚੀਜ਼ਾਂ ਉਹਦੇ ਵਿੱਚ ਪੜਨ ਵਾਲੀਆਂ ਨੇ। ਪਹਿਲਾ ਤਾਂ ਉਹਦਾ ਪੇਜ, ਸਭ ਤੋਂ ਪਹਿਲਾ ਪੇਜ ਪ੍ਰੀਐਮਬਲ, ਇੱਕ ਆਪਣੇ ਕੋਲ ਹੈਗੇ ਸ਼ਡਿਊਲ ਅਨੁਸੂਚੀਆਂ, ਤੇ ਸਾਰੇ ਦੇ ਸਾਰੇ ਚੈਪਟਰ ਜਿਹੜੇ ਹੁੰਦੇ ਉਹਨੂੰ ਪਾਰਟਸ ਬੋਲਦੇ ਆ, ਤੇ ਜਿਹੜਾ ਲਾਸਟ ਚੀਜ਼ ਹੈਗੀ ਹੈ ਪਾਰਟਸ ਦੇ ਵਿੱਚ ਨੰਬਰ ਆਉਂਦੇ ਆ ਕੁਝ, ਦੈਟ ਇਜ਼ ਆਰਟੀਕਲਸ। ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਪੜਿਆ ਸੀ ਜਿਹੜੇ ਸਟਰਕਚਰ ਦੇਖਿਆ, ਬੋਰਡ ਫੀਚਰ ਦੇਖੇ, ਉਹਦੇ ਤੋਂ ਪਹਿਲਾਂ ਸਭ ਤੋਂ ਪਹਿਲਾ ਪਾਰਟ ਆਪਾਂ ਪੜਨ ਜਾ ਰਹੇ ਹਾਂ ਉਹ ਚਾਰਾਂ ਦੇ ਵਿੱਚੋਂ ਸ਼ਡਿਊਲ ਆਫ ਦੀ ਕਨਸਟੀਟਿਊਸ਼ਨ ਦੀਆਂ ਅਨੁਸੂਚੀਆਂ। ਇਹਦੇ ਤੋਂ ਅਗਲਾ ਟੌਪਿਕ ਜਿਹੜਾ ਆਪਣਾ ਰਹੇਗਾ ਉਹ ਰਹੇਗਾ ਪ੍ਰੀਐਮਬਲ, ਮਤਲਬ ਪਹਿਲਾ ਪੇਜ ਪੜਾਂਗੇ ਕਨਸਟੀਟਿਊਸ਼ਨ ਦਾ, ਫਿਰ ਪਹਿਲੇ ਪੇਜ ਤੋਂ ਬਾਅਦ ਇੱਕ ਚੈਪਟਰ ਕਰਕੇ ਸੀਕੁਐਂਸ ਦੇ ਵਿੱਚ ਆਪਾਂ ਸਾਰਾ ਕਨਸਟੀਟਿਊਸ਼ਨ ਕਵਰ ਕਰਾਂਗੇ ਬਹੁਤ ਹੀ ਅੱਛੇ ਲੈਵਲ ਦਾ। ਤਾਂ ਆਪਣੇ ਕੋਲ ਸ਼ਡਿਊਲ ਆਫ ਦੀ ਕਨਸਟੀਟਿਊਸ਼ਨ ਦੇ ਵਿੱਚ ਆਈਏ ਤਾਂ ਮੈਂ ਸਟਰਕਚਰ ਆਫ ਦੀ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਦੱਸਿਆ ਸੀ ਜਿਹੜਾ ਕਨਸਟੀਟਿਊਸ਼ਨ ਹੈ ਜਦੋਂ ਬਣਿਆ ਸੀ ਉਹਦੇ ਵਿੱਚ ਟੋਟਲ 8 ਸ਼ਡਿਊਲ ਸੀ, ਲੇਕਿਨ ਐਟ ਪ੍ਰੈਜ਼ੈਂਟ 4 ਨਵੇਂ ਐਡ ਹੋ ਚੁੱਕੇ ਆ, ਤਾਂ ਟੋਟਲ ਕਿੰਨੇ ਹੋ ਚੁੱਕੇ ਆ 12। ਤਾਂ ਪਹਿਲਾਂ ਆਪਣੇ ਕੋਲ ओरिजिनली ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਹੈ ਜਿਹੜੇ ओरिजिनली ਕਿੰਨੇ ਆਪਣੇ ਕੋਲ ਟੋਟਲ ਸ਼ਡਿਊਲ ਸੀ, ਤੇ ਐਟ ਪ੍ਰੈਜ਼ੈਂਟ ਹੁਣ ਕਿੰਨੇ ਹੈਗੇ ਨੇ ਆਪਣੇ ਕੋਲ ਟੋਟਲ ਸ਼ਡਿਊਲ, ਤਾਂ 12। ਤਾਂ ਪਹਿਲਾਂ 8 ਸੀ ਹੁਣ 12 ਹੋ ਚੁੱਕੇ ਤੇ ਸ਼ਡਿਊਲ ਐਕਚੁਅਲ ਦੇ ਵਿੱਚ ਹੈ ਕੀ, ਤਾਂ ਸ਼ਡਿਊਲ ਹੁੰਦੇ ਨੇ ਇੱਕ ਸ਼ਾਰਟ ਟਰਮ ਪਾਲਿਸੀਜ਼ ਬਣਾਉਣ ਵਾਸਤੇ ਸਾਰੇ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਹੈਲਪ ਕਰਦੇ ਆ ਗਵਰਨਮੈਂਟ ਨੂੰ ਰੂਟੀਨ ਐਕਟੀਵਿਟੀਜ਼ ਕਰਨ ਵਾਸਤੇ, ਰੂਟੀਨ ਪਾਲਿਸੀਜ਼ ਬਣਾਉਣ ਵਾਸਤੇ। ਫॉर एग्जांपल ਅਗਰ ਮੈਂ ਕਹਾਂ ਆਪਾਂ ਇਹਦੇ ਵਿੱਚ ਨਾ ਜਿੰਨਾ ਕੁਝ ਪੜਾਂਗੇ ਨਾ ਉਹ ਸਾਰੇ ਦਾ ਸਾਰਾ ਪੜਨਾ ਆਪਾਂ ਪਾਰਟਸ ਦੇ ਵਿੱਚ। ਦੈਟ ਮੀਨਸ ਕੀ ਹੋਇਆ, ਇਹ ਚੀਜ਼ਾਂ ਐਕਸਟਰਾ ਸ਼ੋ ਕੀਤੀਆਂ ਗਈਆਂ ਨੇ ਰੂਟੀਨ ਦੇ ਕੰਮ ਵਾਸਤੇ, ਕਿਹਨਾਂ ਨੇ ਸ਼ੋ ਕੀਤੀਆਂ ਨੇ, ਗਵਰਨਮੈਂਟ ਨੇ। ਤਾਂ ਆਪਾਂ ਸਟਾਰਟ ਕਰਦੇ ਆ, ਪਹਿਲਾਂ 8 ਸ਼ਡਿਊਲ ਸੀ, ਹੁਣ ਕਿੰਨੇ ਹੋ ਚੁੱਕੇ ਆ ਟੋਟਲ 12 ਹੋ ਚੁੱਕੇ ਆ। ਤਾਂ ਹੁਣ ਆਪਾਂ ਇੱਕ ਇੱਕ ਕਰਕੇ ਸਿੰਗਲ ਸ਼ਡਿਊਲ ਪੜਨਾ ਹੈ, ਬਿਕੋਜ਼ ਪੇਪਰ ਦੇ ਵਿੱਚ ਆਪਣੇ ਕੋਲ ਇਹ ਪੁੱਛ ਲਿੱਤਾ ਜਾਂਦਾ ਮੈਚ ਦੀ ਫੋਲੋਇੰਗ ਦੇ ਵਿੱਚ ਫਰਸਟ ਸ਼ਡਿਊਲ ਕਿਹੜਾ ਸੀ, ਸੈਕੰਡ ਕਿਹੜਾ, ਥਰਡ ਕਿਹੜਾ, ਫੋਰਥ ਕਿਹੜਾ। ਤਾਂ ਆਪਾਂ ਸੀਕੁਐਂਸ ਸਾਰਿਆਂ ਦੀ ਦੇਖਣੀ ਹੈ। ਤਾਂ ਪਹਿਲਾਂ ਸੀਕੁਐਂਸ ਦੇਖਦੇ ਆ, ਫਿਰ ਅੱਗੇ ਕੰਟੀਨਿਊ ਕਰਾਂਗੇ ਉਹਨਾਂ ਦੇ ਮੀਨਿੰਗ ਉਹਦੇ ਵਿੱਚ ਕੀ ਹੈਗਾ ਨਾਲ ਪੜਦੇ ਜਾਵਾਂਗੇ। ਤਾਂ ਦੇਖੋ ਆਪਾਂ ਜੋ ਯਾਦ ਕਰਨਾ ਹੈ, ਯਾਦ ਕਰਨ ਵਾਸਤੇ ਨਾ ਆਪਾਂ ਇੱਕ ਛੋਟਾ ਜਿਹਾ ਆਪਣੇ ਦਿਮਾਗ ਵਿੱਚ ਸਟੋਰੀ ਬਿਠਾ ਲੈਣੀ ਹੈ। ਸਟੋਰੀ ਕਿੱਦਾਂ ਬਿਠਾ ਲੈਣੀ ਹੈ, ਮੰਨ ਲਓ ਇੱਕ ਜਿਵੇਂ ਗਵਰਨਮੈਂਟ ਜੋ ਜੌਬਸ ਨਿਕਲਦੀਆਂ ਨੇ ਜਾਂ ਗਵਰਨਮੈਂਟ ਨੋਟੀਫਿਕੇਸ਼ਨ ਨਿਕਾਲਦੀ ਹੈ, ਵੈਕੈਂਸੀਜ਼ ਜਦੋਂ ਆਊਟ ਹੁੰਦੀਆਂ ਨੇ, ਮੰਨ ਲੈਂਦੇ ਸੈਂਟਰ ਗਵਰਨਮੈਂਟ ਦੀ ਵੈਕੈਂਸੀ ਆਊਟ ਹੋਈ ਜਿਵੇਂ ਕਿ ਐਸਐਸਸੀ ਹੈ ਨਾ। ਤਾਂ ਜਦੋਂ ਵੈਕੈਂਸੀ ਆਊਟ ਹੁੰਦੀ, ਪਹਿਲੀ ਗੱਲ ਤਾਂ ਰੀਜ਼ਨ ਕੀ ਹੁੰਦਾ ਵੈਕੈਂਸੀ ਆਊਟ ਹੋਣ ਦਾ, ਵੀ ਆਪਣੇ ਕੋਲ ਹਰੇਕ ਸਟੇਟ ਦੇ ਵਿੱਚ ਇਹ ਦੇਖਿਆ ਜਾਂਦਾ ਕਿਹੜੀ ਸਟੇਟ ਦੇ ਵਿੱਚ ਕਿੰਨੀਆਂ ਵੈਕੈਂਸੀਜ਼ ਪਈਆਂ ਨੇ ਉਹਨੂੰ ਫਿਲ ਆਊਟ ਕੀਤਾ ਜਾਏ, ਜਾਂ ਕਿਹੜੀ ਸਟੇਟ ਦੇ ਨਾਲ ਕਿਹੜੀ ਯੂਨੀਅਨ ਟੈਰੀਟਰੀ ਹੈ ਜੀ ਜਿੱਥੇ ਕੀ ਵੈਕੈਂਸੀਜ਼ ਨੇ। ਤਾਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਕੰਮ ਰਹਿੰਦਾ ਉਹ ਰਹਿੰਦਾ ਸਟੇਟ ਨੂੰ ਵੇਖਣਾ ਤੇ ਯੂਨੀਅਨ ਟੈਰੀਟਰੀ ਨੂੰ ਵੇਖਣਾ। ਉਵੇਂ ਆਪਾਂ ਇੱਥੇ ਦੇਖਾਂਗੇ ਸਭ ਤੋਂ ਪਹਿਲਾਂ ਸਟੇਟ ਤੇ ਯੂਨੀਅਨ ਟੈਰੀਟਰੀ। ਉਹਦੇ ਤੋਂ ਬਾਅਦ ਕੀ ਹੁੰਦਾ, ਉਹਦੇ ਤੋਂ ਬਾਅਦ ਆਪਾਂ ਨੋਟੀਫਿਕੇਸ਼ਨ ਓਪਨ ਕਰਦੇ ਆ, ਆਪਾਂ ਇਹ ਦੇਖਦੇ ਆ ਜਿਹੜੀ ਨੋਟੀਫਿਕੇਸ਼ਨ ਆਈ ਹੈ, ਜਿਹੜੀ ਪੋਸਟ ਦੀ ਜਿਹੜੀ ਵੈਕੈਂਸੀ ਨਿਕਲੀ ਹੈ ਉਹਦੀ ਸੈਲਰੀ ਕਿੰਨੀ ਹੈ। ਤਾਂ ਆਪਾਂ ਸੈਲਰੀ ਦੇਖਦੇ ਆ। ਤਾਂ ਸੈਕਿੰਡ ਕੰਮ ਕੀ ਹੁੰਦਾ, ਸੈਲਰੀ ਦੇਖਣਾ। ਮਤਲਬ ਪਹਿਲਾਂ ਗਵਰਨਮੈਂਟ ਨੇ ਕੀ ਕਰਤਾ, ਇੱਕ ਲਿਸਟ ਬਣਾਤੀ, ਸੈਕਿੰਡ ਨੰਬਰ ਤੇ ਆਪਾਂ ਸੈਲਰੀ ਦੇਖ ਲਈ। ਤੇ ਆਪਾਂ ਨੂੰ ਇਹ ਪਤਾ ਜਦੋਂ ਇੱਕ ਪਰਸਨ ਐਜ਼ ਅ ਗਵਰਨਮੈਂਟ ਜੋਬ ਅਪਾਇੰਟ ਹੁੰਦਾ ਹੈ, ਫॉर एग्जांपल ਚਲੋ ਮੈਂ ਇੱਕ ਹਟ ਕੇ ਇੱਕ ਛੋਟਾ ਜਿਹਾ ਇਹਨੂੰ ਆਪਣੀ ਗਵਰਨਮੈਂਟ ਜੋਬ ਤੋਂ ਛੱਡ ਕੇ ਆਪਾਂ ਬਾਕੀਆਂ ਚਾਹੀਏ, ਜਿਵੇਂ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਜਦੋਂ ਇਹ ਪਰਸਨ ਗਵਰਨਮੈਂਟ ਜੋਬ ਤੇ ਬੈਠਦੇ ਆ ਤਾਂ ਇਹਨਾਂ ਦੇ ਬੈਠਣ ਤੋਂ ਪਹਿਲਾਂ ਇਹਨਾਂ ਨੂੰ ਸ਼ਪਥ ਦਿਲਵਾਈ ਜਾਂਦੀ ਹੈ, ਉਹ ਦਿਲਵਾਈ ਜਾਂਦੀ ਹੈ। ਤਾਂ ਜਦੋਂ ਆਪਾਂ ਸੈਲਰੀ ਦੇਖ ਲਈ, ਸੈਲਰੀ ਦੇਖਣ ਤੋਂ ਬਾਅਦ ਆਪਾਂ ਪੇਪਰ ਫਿਲ ਕਰਾਂਗੇ, ਜਦੋਂ ਫਾਈਨਲੀ ਅਪਾਇੰਟ ਹੋਣ ਜਾਵਾਂਗੇ ਤਾਂ ਆਪਾਂ ਨੂੰ ਸ਼ਪਥ ਦਿਲਵਾਈ ਜਾਏਗੀ। ਜਸ ਯਾਦ ਕਰਨ ਵਾਸਤੇ ਕਹਿ ਰਿਹਾ। ਚੌਥਾ ਕੰਮ ਕੀ ਹੁੰਦਾ, ਚੌਥਾ ਕੰਮ ਇਹ ਹੁੰਦਾ ਮੰਨ ਲਓ 1000 ਪੋਸਟਾਂ ਸੀ, 1000 ਦੇ 1000 ਪਰਸਨ ਨੂੰ ਸ਼ਪਥ ਦਿਲਵਾਤੀ, ਫਾਈਨਲੀ ਉਹਨਾਂ ਨੂੰ ਉਹਨਾਂ ਦੀ ਸੀਟ ਐਲੋਕੇਟ ਕਰਨਾ। ਆਪਾਂ ਨੂੰ ਜਿਵੇਂ ਵੈਕੈਂਸੀਜ਼ ਨਿਕਲਣ ਤੋਂ ਬਾਅਦ ਆਪਣੀ ਜਦੋਂ ਪੋਸਟਿੰਗ ਹੋਣੀ ਹੁੰਦੀ ਆਪਾਂ ਨੂੰ ਏਰੀਆਜ਼ ਮਿਲਦੇ ਨੇ, ਸੀਟ ਮਿਲਦੀ ਹੈ, ਤਾਂ ਆਪਾਂ ਉਹਨਾਂ ਨੂੰ ਸੀਟ ਐਲੋਕੇਟ ਕਰਦੇ ਆ। ਤਾਂ ਪਹਿਲੇ 4 ਸ਼ਡਿਊਲ ਜਸ ਯਾਦ ਕਰਨ ਦਾ ਤਰੀਕਾ ਆਈ। ਸਭ ਤੋਂ ਪਹਿਲਾਂ ਗਵਰਨਮੈਂਟ ਕੀ ਬਣਾਏਗੀ, ਲਿਸਟ ਬਣਾਏਗੀ। ਉਹਦੇ ਤੋਂ ਬਾਅਦ ਕੀ ਕੀਤਾ ਜਾਏਗਾ, ਆਪਾਂ ਦੇਖਾਂਗੇ ਸੈਲਰੀ ਕਿੰਨੀ ਹੈ, ਫਿਰ ਥਰਡ ਨੰਬਰ ਤੇ ਆਪਾਂ ਨੂੰ ਸ਼ਪਥ ਦਿਲਵਾਈ ਜਾਏਗੀ। ਚੌਥੇ ਨੰਬਰ ਤੇ ਕੀ ਹੋਏਗਾ, ਚੌਥੇ ਨੰਬਰ ਤੇ ਆਪਾਂ ਨੂੰ ਸੀਟ ਐਲੋਕੇਸ਼ਨ ਹੋ ਜਾਏਗੀ। ਤਾਂ ਪਹਿਲੇ 4 ਸ਼ਡਿਊਲ ਦੇ ਨਾਮ अगर मैं मेंशन करा तो पहला शेड्यूल अपने को यही है लिस्ट ऑफ स्टेट्स एंड यूनियन टेरिटरीज।
लिस्ट ऑफ स्टेट एंड यूनियन टेरिटरीज, मतलब हिंदी या पंजाबी ਦੇ ਵਿੱਚ अगर नाल लिखना है तो लिख सकते हो राज्य ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ। ਤਾਂ ਪਹਿਲਾ ਸ਼ਡਿਊਲ ਆਪਣੇ ਕੋਲ ਇਹ ਹੈ। ਸੈਕੰਡ ਸ਼ਡਿਊਲ ਦੇ ਉੱਪਰ ਆਈਏ ਤਾਂ ਸੈਕੰਡ ਸ਼ਡਿਊਲ ਆਪਣੇ ਕੋਲ ਹੈਗਾ ਸੈਲਰੀਜ਼, ਸੈਲਰੀਜ਼ ਐਂਡ ਅਲਾउंसेस, ਸੈਲਰੀਜ਼ ਐਂਡ ਅਲਾउंसेस। ਤੁਸੀਂ ਪ੍ਰਿਵਿਲੇजेस ਵੀ ਲਿਖ ਸਕਦੇ ਹੋ ਬਿਕੋਜ਼ ਪੇਪਰ ਦੇ ਵਿੱਚ ਪ੍ਰਿਵਿਲੇजेस ਵੀ ਲਿਖਿਆ ਆਉਂਦਾ ਹੁੰਦਾ ਹੈ। मीनिंग मैं सारे समझाऊंगा की ਹੈਗਾ ਇਹਦੇ ਵਿੱਚ ਕਿੰਨੀ ਕਿੰਨੀ ਸੈਲਰੀ ਹੈ, ਇੱਥੇ ਸਟੇਟ ਤੇ ਯੂਟੀਜ਼ ਦਾ ਕੀ ਡਿਟੇਲ ਦਿੱਤੀ ਹੋਈ ਹੈ, ਉਹ ਆਪਾਂ ਸਾਰਾ ਕਰਾਂਗੇ। ਆਪਾਂ ਲਿਸਟ ਬਣਾਤੀ ਗਵਰਨਮੈਂਟ ਨੇ, ਆਪਾਂ ਸੈਲਰੀ ਦੇਖੀ, ਜਦੋਂ ਆਪਾਂ ਨੂੰ ਅਪਾਇੰਟਮੈਂਟ ਕਰਨ ਲੱਗੇ ਹੋਣਗੇ, ਬਿਠਾਉਣ ਲੱਗੇ ਹੋਣਗੇ, ਉਹ ਕੀ ਦਿਲਵਾਣਗੇ, ਉਦੋਂ ਦਿਲਵਾਣਗੇ oath, oath and affirmation। ਤਾਂ ਥਰਡ ਸ਼ਡਿਊਲ ਆਪਣੇ ਕੋਲ ਕੀ ਹੋ ਗਿਆ, ਆਪਾਂ ਨੂੰ ਸ਼ਪਥ ਦਿਲਵਾਣਗੇ, ਸੋਚ ਕਵਾਣਗੇ, that means oath and affirmation। ਉਹਦੇ ਤੋਂ ਬਾਅਦ ਆਪਾਂ ਨੂੰ ਕੀ ਹੋਏਗਾ, ਇੱਕ ਏਰੀਆ, ਇੱਕ ਸੀਟ ਦੀ ਐਲੋਕੇਸ਼ਨ ਹੋ ਜਾਏਗੀ। ਤਾਂ ਚੌਥਾ ਸ਼ਡਿਊਲ ਜਿਹੜਾ ਆਪਣੇ ਕੋਲ ਹੈਗਾ that is allocation of seats। बट आप जस्ट याद करना से लिखा से एलोकेशन करनी है, एचओ ਦੇ ਵਿੱਚ ਸ਼ਡਿਊਲ ਦਾ ਨਾਮ ਕੀ ਹੈ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਤਾਂ ਰਾਜ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਨੇ ਉਹਦਾ ਬਟਵਾਰਾ, ਉਹਨਾਂ ਨੂੰ ਕਿੱਦਾਂ ਵੰਡਿਆ ਹੋਇਆ ਹੈ, ਕਿੰਨਾ ਡਿਫਾਈਨ ਕੀਤਾ ਹੋਇਆ, ਕਿਵੇਂ ਕਿਵੇਂ ਰਾਜ ਸਭਾ ਦੇ ਵਿੱਚ ਸੀਟਾਂ ਰਹਿਣਗੀਆਂ, ਕਿੱਥੋਂ ਕਿੱਥੋਂ ਰਹਿਣਗੀਆਂ। ਤਾਂ ਉਹ ਸਾਰਾ ਆਪਣੇ ਕੋਲ ਹੈਗਾ ਚੌਥਾ ਸ਼ਡਿਊਲ ਵਿੱਚ। ਤਾਂ ਪਹਿਲਾ ਸ਼ਡਿਊਲ ਕਿਹੜਾ ਹੋਇਆ, ਪਹਿਲਾਂ ਆਪਾਂ ਲਿਸਟ ਬਣਾਈ, ਸੈਕਿੰਡ ਨੰਬਰ ਤੇ ਸੈਲਰੀ ਦੇਖੀ, ਸੈਲਰੀ ਤੋਂ ਬਾਅਦ ਆ ਗਈ ਆਪਣੀ ਓਥ ਸ਼ਪਥ, ਉਹ ਤੋਂ ਬਾਅਦ ਆਪਣੇ ਕੋਲ ਚੌਥਾ ਸ਼ਡਿਊਲ ਕੀ ਆ ਗਿਆ, एलोकेशन ऑफ सीट्स इन राज्य सभा। तो पहले चार शेड्यूल्स के नाम एक बार नोट डाउन कर लो, ਇਹਨਾਂ ਨੂੰ ਪੜਦੇ ਹਾਂ ਐਚਓ ਦੇ ਵਿੱਚ ਇਹਨਾਂ ਚ ਹੈਗਾ ਕੀ ਹੈ, ਠੀਕ ਹੈ। ਤਾਂ ਆ ਚਾਰ ਸ਼ਡਿਊਲ ਸੀ। ਅੱਗੇ ਚਲਿਏ, ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਅਗਰ ਪੜਨਾ ਚਾਹੀਏ ਤਾਂ ਪੜ੍ਹੀਏ। ਪਹਿਲੇ ਨੰਬਰ ਤੇ ਆਪਣੇ ਕੋਲ ਕੀ ਹੈਗਾ, ਪਹਿਲੇ ਨੰਬਰ ਤੇ ਆਪਣੇ ਕੋਲ ਹੈ ਲਿਸਟ ਆਫ ਸਟੇਟ ਐਂਡ ਯੂਟੀਜ਼, मतलब ਜਿਹੜੀਆਂ ਸਟੇਟਸ ਨੇ ਤੇ ਯੂਨੀਅਨ ਟੈਰੀਟਰੀਜ਼ ਆ ਉਹਨਾਂ ਦੀ ਲਿਸਟ। ਲਿਸਟ ਦੀ ਅਗਰ ਗੱਲ ਕਰੀਏ ਤਾਂ ਆਪਣੇ ਇੰਡੀਆ ਦੇ ਵਿੱਚ ਟੋਟਲ ਸਟੇਟਸ ਕਿੰਨੀਆਂ ਨੇ ਐਟ ਪ੍ਰੈਜ਼ੈਂਟ। ਦੇਖੋ ਸਟੇਟਸ ਦੇ ਵਿੱਚ ਚੇਂਜਸ ਆਈਆਂ, ਇੱਕ ਵਾਰੀ ਮੈਂ ਰਬ ਕਰ ਦਿਆਂ ਇਹਨਾਂ ਨੂੰ, ਫਿਰ ਆਪਾਂ ਡਿਟੇਲ ਦੇ ਵਿੱਚ ਦੇਖ ਹੀ ਲੈਂਦੇ ਹਾਂ। ਅਗਰ ਮੈਂ ਗੱਲ ਕਰਾਂ ਸਟੇਟਸ ਦੀ ਤੇ ਯੂਟੀਜ਼ ਦੀ, ਤਾਂ ਆਪਣੇ ਕੋਲ ਰੀਸੈਂਟ ਚੇਂਜਸ ਆਈਆਂ ਨੇ। ਰੀਸੈਂਟ ਚੇਂਜਸ ਆਪਣੇ ਕੋਲ ਕੀ ਆਈਆਂ ਨੇ, ਇੰਡੀਆ ਦੇ ਵਿੱਚ ਪਹਿਲਾਂ ਹੁੰਦੇ ਸੀ 28 ਸਟੇਟ, ਹਨਾ, ਵਿੱਚ ਕੀ ਹੋਇਆ ਸੀ, ਵਿੱਚ ਇੱਕ ਇਨਕਰੀਜ਼ ਹੋ ਗਈ ਸੀ, ਹੁਣ ਵਾਪਸ ਕੀ ਹੋਇਆ, ਇੱਕ ਮਾਈਨਸ ਹੋ ਗਈ। ਦੈਟ ਮੀਨਸ ਹੁਣ ਐਟ ਪ੍ਰੈਜ਼ੈਂਟ ਸਟੇਟਸ ਕਿੰਨੀਆਂ ਨੇ, ਤਾਂ ਸਟੇਟਸ 28 ਹੀ ਨੇ। ਕਿਹੜੀ ਮਾਈਨਸ ਹੋਈ ਸੀ, ਕਿਹੜੀ ਪਲੱਸ ਹੋਈ, ਉਹ ਦੇਖ ਲੈਂਦੇ ਆ। ਪਹਿਲਾਂ 28 ਸਟੇਟ ਹੁੰਦੀਆਂ ਸੀ, ਟਾਈਮ ਆਇਆ 2014 ਦਾ 2 ਜੂਨ, 2 ਜੂਨ 2014 ਨੂੰ ਇੱਕ ਸਟੇਟ ਬਾਈਫਰਕੇਟ ਹੋ ਗਈ, ਦੈਟ ਵਾਸ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਤੋਂ ਕੁਝ ਏਰੀਆ ਅੱਡ ਹੋ ਗਿਆ, ਅਲੱਗ ਹੋ ਗਿਆ, ਉਹ ਏਰੀਆ ਨੂੰ ਆਪਾਂ ਨਾਮ ਕੀ ਦਿੱਤਾ, ਉਹ ਏਰੀਆ ਨੂੰ ਨਾਮ ਦਿੱਤਾ तेलंगाना। तेलंगाना ਤਾਂ ਆਪਣੇ ਕੋਲ ਇੱਕ ਨਵੀਂ ਸਟੇਟ ਕ੍ਰੀਏਟ ਹੋ ਗਈ ਸੀ तेलंगाना, ਜਿਹਦੇ ਕਰਕੇ ਜਿਹੜੀਆਂ ਆਪਣੀਆਂ ਸਟੇਟ ਸੀ ਉਹ ਕਿੰਨੀਆਂ ਹੋ ਗਈਆਂ ਸੀ, 29, मतलब 28 ਪਹਿਲਾਂ ਸੀ, ਇੱਕ ਬਾਅਦ ਐਡ ਹੋ ਗਈ ਸੀ। ਲੇਕਿਨ ਰੀਸੈਂਟ ਹੁਣੇ ਪਿੱਛੇ 2019 ਦੇ ਵਿੱਚ ਕੀ ਹੋਇਆ, मतलब 5 ਸਾਲ ਬਾਅਦ ਜਦੋਂ, ਤਾਂ ਆਪਣੇ ਕੋਲ ਡੇਟ ਸੀ 5 ਅਗਸਤ 2019। 5 ਅਗਸਤ 2019 ਨੂੰ ਅਨਾਉਂਸ ਹੋਇਆ ਸੀ, ਸਿਰਫ ਅਨਾਉਂਸ ਦੀ ਗੱਲ ਕਰ ਰਿਹਾ, ਠੀਕ ਹੈ। ਅਨਾਉਂਸ ਪ੍ਰੈਜ਼ੀਡੈਂਟ ਨੇ ਇਹ ਕਰਿਆ, ਜਿਹੜਾ ਆਪਣੇ ਕੋਲ ਜੰਮੂ ਕਸ਼ਮੀਰ ਹੈ, ਦੇਖੋ ਜੰਮੂ ਕਸ਼ਮੀਰ ਜਿਹੜਾ ਪਹਿਲਾ ਏਰੀਆ ਸੀ ਉਹ ਕੀ ਹੁੰਦੀ ਸੀ, ਸਟੇਟ ਹੁੰਦੀ ਸੀ। ਤਾਂ ਉਹ ਸਟੇਟ ਦੋ ਪਾਰਟਸ ਦੇ ਵਿੱਚ ਡਿਵਾਈਡ ਹੋਏਗੀ। ਦੋ ਪਾਰਟਸ ਕਿਹੜੇ ਕਿਹੜੇ ਰਹਿਣਗੇ, ਅਗਰ ਮੈਂ ਜੰਮੂ ਕਸ਼ਮੀਰ ਦਾ ਹਲਕਾ ਜਿਹਾ ਇੱਥੇ ਮੈਪ ਡਰਾ ਕਰਿਆ ਤਾਂ ਜੰਮੂ ਕਸ਼ਮੀਰ ਨੂੰ ਦੋ ਪਾਰਟਸ ਵਿੱਚ ਵੰਡਦਾ, ਇੱਕ ਸਾਈਡ ਜੰਮੂ ਕਸ਼ਮੀਰ ਤੇ ਇੱਕ ਸਾਈਡ ਲਦਾਖ। ਤਾਂ ਦੋ ਪਾਰਟਸ ਵਿੱਚ ਡਿਵਾਈਡ ਹੋਗੀ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ, ਇਹ ਅੱਜ ਤੋਂ ਬਾਅਦ ਸਟੇਟ ਨਹੀਂ ਰਹੇਗੀ, ਸਟੇਟ ਤੋਂ ਖੋ ਕੇ ਇਹਨੂੰ ਦਰਜਾ ਦੇਤਾ, ਇਹਨੂੰ ਕਾਹਦਾ, यूनियन टेरिटरी बोले तो केंद्र शासित प्रदेश का। मतलब की होया, जम्मू कश्मीर जेड़ा सी, जम्मू कश्मीर ਨੂੰ ਦੋ ਪਾਰਟਸ ਵਿੱਚ ਡਿਵਾਈਡ ਕੀਤਾ। ਪਹਿਲੀ ਗੱਲ ਤਾਂ ਦੋ ਪਾਰਟਸ ਕਿਹੜੇ-ਕਿਹੜੇ, ਜੰਮੂ ਕਸ਼ਮੀਰ ਤੇ ਲਦਾਖ। ਦੂਸਰੀ ਗੱਲ, ਇਹਦੇ ਤੋਂ ਸਟੇਟ ਦਾ ਦਰਜਾ ਖੋਇਆ, ਦੈਟ ਮੀਨਸ ਸਟੇਟ ਕੀ ਹੋਗੀ -1, ਸਟੇਟ ਕਿੰਨੀਆਂ ਹੋ ਗਈਆਂ 28। ਇਹ ਕਦੋਂ ਅਨਾਉਂਸ ਹੋਇਆ ਸੀ, 5 ਅਗਸਤ 2019 ਨੂੰ। ਪਹਿਲਾਂ ਤਾਂ ਦੱਸ ਇਹ ਸਟੇਟ ਬਾਰੇ, ਇਹਦੀ ਇੱਕ ਡੇਟ ਹੋਰ ਪੜਾਂਗੇ ਜਦੋਂ ਇਹ ਐਕਚੁਅਲੀ ਇੰਪਲੀਮੈਂਟ ਹੋਈ ਤੇ ਯੂਟੀਜ਼ ਦੇ ਉੱਪਰ ਕਦੋਂ ਇਫੈਕਟ ਪਿਆ। ਇੱਕ ਵਾਰ ਯਾਰ ਲਿਖੋ, ਸਟੇਟਸ ਪਹਿਲਾਂ 28 ਸੀ, ਫਿਰ 29 ਹੋਈਆਂ 2 ਜੂਨ 2014 ਦੇ ਵਿੱਚ, ਤੇ ਉਹਦੇ ਤੋਂ ਬਾਅਦ ਆਪਣੇ ਕੋਲ तेलंगाना ਬਣੀ। तेलंगाना ਤੋਂ ਬਾਅਦ ਆਪਣੇ ਕੋਲ ਕੀ ਹੋਗੀ, ਜੰਮੂ ਕਸ਼ਮੀਰ ਬਾਅਦ ਚਲੇਗੀ। ਹੁਣ ਇੱਕ ਇੱਥੇ ਮੈਂ ਹੋਰ ਛੋਟੀ ਜਿਹੀ ਗੱਲ ਦੱਸਣਾ ਚਾਹਾਂਗਾ, ਜਿਹੜਾ ਆਪਣੇ ਕੋਲ ਪਹਿਲਾਂ ਆਂਧਰਾ ਪ੍ਰਦੇਸ਼ ਸੀ, ਆਂਧਰਾ ਪ੍ਰਦੇਸ਼ ਦੀ ਜਿਹੜੀ ਕੈਪੀਟਲ ਸੀ ਉਹ ਕਿਹੜੀ ਸੀ। ਪਹਿਲਾ ਪੁਆਇੰਟ ਤਾਂ ਇਹ ਵਾਲਾ। दूसरा पॉइंट अपने को है आंध्र प्रदेश की हुण कैपिटल केड़ी है ते तेलंगाना की कैपिटल केड़ी है। तो अपने को 3-4 पॉइंट पेपर दे विच पूछ लिते जाणगे या पूछे जा सकते हैं, ऑलरेडी काफी एग्जाम दे विच आ भी चुके हैं। तो कैपिटल अगर मैं पहला कहां
ਲਾਸਟ ਜਿਹੜੀ 올ਡ ਕੈਪੀਟਲ ਪਹਿਲਾਂ ਹੈਗੀ ਸੀ ਜਾਂ ਹੁਣ ਵੀ ਉਹਦੇ ਕੁਝ ਪਾਰਟਸ ਕੈਪੀਟਲ ਐਜ਼ ਅ ਕੈਪੀਟਲ ਯੂਜ਼ ਹੁੰਦੇ ਹੈ, ਦੈਟ ਵਾਸ ਹੈਦਰਾਬਾਦ। ਤਾਂ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈਗੀ ਸੀ ਹੈਦਰਾਬਾਦ। ਹੁਣ ਐਟ ਪ੍ਰੈਜ਼ੈਂਟ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕਿਹੜੀ ਬਣਾਤੀ ਉਹਨਾਂ ਨੇ? ਅਮਰਾਵਤੀ। ਤੇ ਤੇਲੰਗਾਨਾ ਦੀ ਕਿਹੜੀ ਹੈਗੀ ਹੈ? ਤੇਲੰਗਾਨਾ ਦੀ ਹੈ ਹੈਦਰਾਬਾਦ। ਇਵਨ ਕਿ 2014 ਦੇ ਵਿੱਚ ਜਦੋਂ ਇਹ ਅਨਾਉਂਸ ਹੋਇਆ ਸੀ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਅੱਡ ਹੋਇਆ ਸੀ, ਤਾਂ ਉਦੋਂ ਇਹ ਅਨਾਉਂਸ ਕੀਤਾ ਗਿਆ ਸੀ ਜਿਹੜੀ ਕੈਪੀਟਲ ਹੋਏਗੀ ਐਜ਼ ਅ ਕੈਪੀਟਲ 10 ਇਅਰਸ, 10 ਸਾਲ ਤੱਕ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੈਦਰਾਬਾਦ ਹੀ ਰਹੇਗੀ। ਨੋ ਡਾਊਟ ਹਜੇ ਵੀ ਹੈਦਰਾਬਾਦ ਐਜ਼ ਅ ਕੈਪੀਟਲ ਕੰਮ ਕਰਦੀ ਹੈ ਆਂਧਰਾ ਪ੍ਰਦੇਸ਼ ਦੀ, ਬਟ ਉਹਨਾਂ ਨੇ ਆਪਣੀ ਨਵੀਂ ਕੈਪੀਟਲ ਅਮਰਾਵਤੀ ਵੀ ਅਨਾਉਂਸ ਕਰ ਲਈ ਹੈ। ਤਾਂ ਉੱਥੇ ਹੌਲੀ ਹੌਲੀ ਸ਼ਿਫਟ ਕਰ ਰਿਹਾ ਹੈ। ਸ਼ਿਫਟ ਕਿਹਦਾ ਕਰ ਰਿਹਾ? ਜਿਵੇਂ ਹੁਣੇ ਪਿੱਛੇ ਹੈਦਰਾਬਾਦ ਦੇ ਵਿੱਚ ਜਿਹੜੀ ਪਹਿਲਾਂ ਆਪਾਂ ਕਹਿ ਦਈਏ ਪੂਰੀ ਆਂਧਰਾ ਪ੍ਰਦੇਸ਼ ਦੀ ਜਿਹੜੀ ਹਾਈ ਕੋਰਟ ਸੀ, ਉਹ ਹੁਣ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਨੂੰ ਅਲੱਗ ਬਣਾਉਣੀ ਪੈ ਰਹੀ ਹੈ, ਤਾਂ ਉਹਨਾਂ ਨੇ ਅਮਰਾਵਤੀ ਹਾਈ ਕੋਰਟ ਵੀ ਬਣਾ ਲਈ। ਦੈਟ ਮੀਨਸ ਉਹ ਅਮਰਾਵਤੀ ਦੇ ਵਿੱਚ ਹੌਲੀ ਹੌਲੀ ਸ਼ਿਫਟ ਹੋ ਰਹੇ ਨੇ। ਤਾਂ ਆਪਾਂ ਨੂੰ ਪਤਾ ਲੱਗ ਰਿਹਾ ਵੀ ਇੱਕੋਦਮ 10 ਸਾਲ ਉਹਨਾਂ ਨੇ ਟਾਈਮ ਲਿਆ ਸੀ, ਇੱਕੋਦਮ ਸਾਰਾ ਕੁਝ ਚੇਂਜ ਨਹੀਂ ਹੋ ਸਕਦਾ, ਇੱਕੋਦਮ ਸਾਰਾ ਕੁਝ ਸ਼ਿਫਟ ਨਹੀਂ ਹੋ ਸਕਦਾ। ਤਾਂ ਉਹ 10 ਇਅਰਸ ਦੇ ਵਿੱਚ ਉਹਨਾਂ ਨੇ ਕੀ ਕਰਨਾ ਹੈ? ਚੇਂਜ ਕਰਨਾ ਹੈ। ਤਾਂ ਆਪਣੇ ਕੋਲ ਇਹਦੇ ਬਾਰੇ ਸੀ ਸਟੇਟਸ ਬਾਰੇ। ਅੱਗੇ ਚੱਲਦੇ ਹਾਂ ਯੂਟੀਜ਼ ਬਾਰੇ ਹਲਕਾ ਜਿਹਾ ਦੇਖ ਲੈਣੇ ਇੱਥੇ। ਤਾਂ ਯੂਟੀਜ਼ ਦੀ ਅਗਰ ਆਪਾਂ ਇੱਥੇ ਗੱਲ ਕਰੀਏ, ਪਹਿਲਾਂ ਆਪਣੇ ਕੋਲ ਟੋਟਲ ਯੂਟੀਜ਼ ਕਿੰਨੀਆਂ ਹੁੰਦੀਆਂ ਸੀ? ਦੇਖੋ ਪਹਿਲਾਂ ਅਗਰ ਮੈਂ ਗੱਲ ਕਰਾਂ ਤਾਂ ਆਪਣੇ ਕੋਲ ਟੋਟਲ 28 ਸਟੇਟਸ ਹੁੰਦੀਆਂ ਸੀ, 7 ਯੂਟੀਜ਼ ਹੁੰਦੀਆਂ ਸੀ, ਹੈਨਾ। ਹੁਣ ਸਟੇਟਸ 28 ਨੇ, ਇੱਕ ਵੱਧ ਕੇ ਇੱਕ ਘਟੀ ਆ, ਉਹ ਤੁਹਾਨੂੰ ਮੈਂ ਦੱਸ ਦਿੱਤਾ। 7 ਯੂਨੀਅਨ ਟੈਰੀਟਰੀ ਹੈਗੀਆਂ ਸੀ, 7 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਉਹ 7 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ 2 ਨਵੇਂ ਐਡ ਹੋ ਗਏ। ਅਨਾਉਂਸ ਕਦੋਂ ਹੋਏ ਸੀ? ਮੈਂ ਹੁਣੇ ਦੱਸਿਆ, ਅਨਾਉਂਸ ਹੋਏ ਸੀ 5 ਅਗਸਤ 2019 5th of August 2019 ਨੂੰ 2019 ਨੂੰ ਅਨਾਉਂਸ ਹੋਏ ਸੀ। ਉਹ ਕਿਹੜੇ ਕਿਹੜੇ ਸੀ? 2 ਜਿਹੜੇ ਐਡ ਹੋਏ, ਜੰਮੂ ਕਸ਼ਮੀਰ ਤੇ ਲਦਾਖ। ਇਹਦਾ ਮਤਲਬ ਟੋਟਲ ਐਡ ਹੋ ਗਏ ਕਿੰਨੇ ਹੋ ਗਏ? 9। ਲੇਕਿਨ ਆਪਾਂ ਐਟ ਪ੍ਰੈਜ਼ੈਂਟ ਗੱਲ ਕਰ ਰਹੇ ਹਾਂ ਟੋਟਲ ਕਿੰਨੇ ਹੈਗੇ ਨੇ? 8 ਹੈਗੇ ਨੇ। ਉਹ ਕਿੱਦਾਂ ਨੇ? ਨਾਓ ਹੁਣ ਟੋਟਲ 8 ਨੇ, ਉਹ ਕਿੱਦਾਂ ਨੇ? ਤਾਂ ਰੀਸੈਂਟ ਹੁਣ 2 ਕੈਪੀਟਲਸ ਜਿਹੜੀਆਂ ਹੈਗੀਆਂ ਸੀ, 2 ਯੂਨੀਅਨ ਟੈਰੀਟਰੀ ਸੀ, ਦਮਨ ਐਂਡ ਦੀਊ ਐਂਡ ਦਾਦਰਾ ਐਂਡ ਨਗਰ ਹਵੇਲੀ। ਦਾਦਰਾ ਐਂਡ ਨਗਰ ਹਵੇਲੀ। ਤਾਂ 2 ਆਪਣੇ ਕੋਲ ਯੂਨੀਅਨ ਟੈਰੀਟਰੀਜ਼ ਕੀ ਹੋ ਗਈਆਂ? ਐਟ ਪ੍ਰੈਜ਼ੈਂਟ ਕੰਬਾਈਨ ਹੋ ਗਈਆਂ, ਇਕੱਠੀਆਂ ਹੋ ਗਈਆਂ। ਮਤਲਬ ਪਹਿਲਾਂ ਦਮਨ ਐਂਡ ਦੀਊ ਤੇ ਦਾਦਰਾ ਐਂਡ ਨਗਰ ਹਵੇਲੀ ਇਕੱਠੀ ਸੀ, ਹੁਣ ਉਹ ਕੀ ਹੋ ਗਈ? ਸੌਰੀ ਅਲੱਗ-ਅਲੱਗ ਸੀ ਪਹਿਲਾਂ, ਹੁਣ ਇਕੱਠੀ ਹੋ ਗਈ, ਹੁਣ ਇੱਕ ਬਣ ਗਈ। ਤੇ ਇਹਨਾਂ ਦੋਨਾਂ ਦੀ ਜਿਹੜੀ ਸਿੰਗਲ ਕੈਪੀਟਲ ਰਹੇਗੀ, ਰਾਜਧਾਨੀ ਰਹੇਗੀ, ਉਹ ਕਿਹੜੀ ਰਹੇਗੀ? ਉਹ ਰਹੇਗੀ ਆਪਣੇ ਕੋਲ ਦਮਨ। ਤਾਂ ਉਹਦੀ ਸਿੰਗਲ ਜਿਹੜੀ ਕੈਪੀਟਲ ਰਹੇਗੀ ਉਹ ਰਹੇਗੀ ਦਮਨ। ਮਤਲਬ ਸਾਰਿਆਂ ਦੀ ਜਿਹੜੀ ਰਾਜਧਾਨੀ ਰਹੇਗੀ ਉਹ ਕਿਹੜੀ ਰਹੇਗੀ? ਦਮਨ ਰਹੇਗੀ। ਤਾਂ ਹੁਣ ਐਟ ਪ੍ਰੈਜ਼ੈਂਟ ਕੀ ਹੋਇਆ? ਆਪਣੇ ਕੋਲ ਜਿਹੜੀਆਂ 9 ਸੀ ਉਹ 1 ਮਾਈਨਸ ਹੋ ਗਈ, ਬਿਕੋਜ਼ 2 ਇਕੱਠੀਆਂ ਹੋ ਗਈਆਂ। ਤਾਂ ਐਟ ਪ੍ਰੈਜ਼ੈਂਟ ਹੁਣ ਆਪਣੇ ਕੋਲ ਯੂਨੀਅਨ ਟੈਰੀਟਰੀਜ਼ ਕਿੰਨੀਆਂ ਹੈਗੀਆਂ ਨੇ? ਉਹ ਹੈਗੀਆਂ ਨੇ 8। ਤਾਂ ਆਪਣੇ ਕੋਲ ਕਨਸੈਪਟ ਸੀ ਪਹਿਲੇ ਸ਼ਡਿਊਲ ਦਾ, ਤੁਸੀਂ ਨੋਟ ਡਾਊਨ ਕਰ ਸਕਦੇ ਹੋ। ਅੱਗੇ ਚਲਿਏ ਸੈਕਿੰਡ ਸ਼ਡਿਊਲ ਦੇ ਉੱਪਰ। ਦੇਖੋ ਪਹਿਲੇ ਸਭ ਤੋਂ ਪਹਿਲਾਂ ਕੀ ਕਰਨੀ ਸੀ? ਲਿਸਟ ਬਣਾਉਣੀ ਸੀ। ਰਿਵਾਈਜ਼ ਜਿੰਨਾ ਕਰੋਗੇ ਉਹਨਾਂ ਫਾਇਦੇ ਵਿੱਚ ਰਹੋਗੇ। ਸਭ ਤੋਂ ਪਹਿਲਾਂ ਕੀ ਕਰਨੀ ਸੀ? ਲਿਸਟ ਬਣਾਉਣੀ ਸੀ। ਆਪਾਂ ਲਿਸਟ ਬਣਾਤੀ। ਸੈਕਿੰਡ ਨੰਬਰ 'ਚ ਆਪਾਂ ਲਿਸਟ ਤੋਂ ਬਾਅਦ ਕੀ ਕਰਨਾ ਸੀ? ਲਿਸਟ ਤੋਂ ਬਾਅਦ ਆਪਾਂ ਕਰਨੀ ਸੀ ਆਪਣੀ ਸੈਲਰੀ, ਹੈ ਨਾ। ਤਾਂ ਸੈਕਿੰਡ ਨੰਬਰ ਤੇ ਜਿਹੜਾ ਸੈਕਿੰਡ ਸ਼ਡਿਊਲ ਰਹਿਣਾ ਸੀ, ਆਪਾਂ ਦੇਖਣੀ ਸੀ ਸੈਲਰੀਜ਼ ਐਂਡ ਅਲਾਉਂਸਸ, ਮਤਲਬ ਵੇਤਨ ਤੇ ਭੱਤੇ। ਸੈਲਰੀਜ਼ ਐਂਡ ਅਲਾਉਂਸਸ ਜਾਂ ਪ੍ਰਿਵਿਲੇजेस ਕਹਿ ਦਈਏ, ਅਲਾਉਂਸਸ। ਤਾਂ ਹੁਣ ਸੈਕਿੰਡ ਸ਼ਡਿਊਲ ਦੇ ਵਿੱਚ ਇਹ ਪੁੱਛ ਲਿੱਤਾ ਜਾਂਦਾ ਹੈ, ਆਹ ਵਾਲੇ ਸ਼ਡਿਊਲ ਦੇ ਵਿੱਚ ਜਿਹੜੀ ਸੈਲਰੀਜ਼ ਹੈ ਉਹ ਕਿੰਨੀ ਕਿੰਨੀ ਸੈਲਰੀ ਮੈਂਸ਼ਨ ਹੈ। ਤਾਂ ਆਪਾਂ ਦੇਖ ਲੈਂਦੇ ਆ ਸੈਲਰੀਜ਼ ਐਂਡ ਅਲਾਉਂਸਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਆਪਣੇ ਕੋਲ ਕਿਹੜੇ ਕਿਹੜੇ ਪਰਸਨ ਦੀ ਸੈਲਰੀਜ਼ ਮੈਂਸ਼ਨ ਕੀਤੀਆਂ ਗਈਆਂ ਨੇ। ਸੈਂਟਰਲ ਗਵਰਨਮੈਂਟ ਦੇ ਵਿੱਚ ਇੱਕ ਪਰਸਨ ਆਪਣੇ ਕੋਲ ਹੈਗਾ ਪ੍ਰੈਜ਼ੀਡੈਂਟ। ਅੱਛਾ ਇੱਕ ਚੀਜ਼ ਇੱਥੇ ਧਿਆਨ ਨਾਲ ਸਮਝਣਾ, ਆਪਾਂ ਅੱਗੇ ਪੂਰੀ ਡੀਪ ਵਿੱਚ ਕਰਾਂਗੇ। ਜੇ ਸੈਂਟਰ ਤੇ ਸਟੇਟ ਗਵਰਨਮੈਂਟ ਹੈ ਨਾ, ਉਹ ਦੋਨੋਂ ਇਕੁਅਲ ਮਤਲਬ ਸਿਮਿਲਰ ਲੈਵਲ ਤੱਕ ਚੱਲਦੀਆਂ ਨੇ। ਮਤਲਬ ਜਿਵੇਂ ਜਿਵੇਂ ਸੈਂਟਰ ਗਵਰਨਮੈਂਟ ਤੇ ਚੀਜ਼ਾਂ ਨੇ ਉਵੇਂ ਸਟੇਟ ਗਵਰਨਮੈਂਟ ਤੇ ਚੀਜ਼ਾਂ ਨੇ। ਤਾਂ ਉਹ ਕਿਵੇਂ ਕਿਵੇਂ ਉਹ ਵੀ ਦੇਖ ਲੈਂਦੇ ਆ। ਪਹਿਲਾਂ ਆਪਾਂ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਜਿਹੜਾ ਆਪਣੇ ਕੋਲ ਹੈਗਾ, ਉਸ ਪ੍ਰੈਜ਼ੀਡੈਂਟ ਦੀ ਸੈਲਰੀ ਦੇ ਵਿੱਚ ਮੈਂਸ਼ਨ ਹੈ। ਸਟੇਟ ਲੈਵਲ ਤੇ ਕੌਣ ਹੁੰਦਾ ਹੈ? ਸਟੇਟ ਲੈਵਲ ਤੇ ਪ੍ਰੈਜ਼ੀਡੈਂਟ ਦੇ ਕੰਪੈਟੀਬਲੀ ਮਤਲਬ ਉਹਦੇ ਬਰਾਬਰ ਕੌਣ ਹੁੰਦਾ ਹੈ? ਗਵਰਨਰ ਹੁੰਦਾ, ਰਾਜਿਆਪਾਲ ਹੁੰਦਾ ਹੈ। ਇਧਰ ਰਾਸ਼ਟਰਪਤੀ, ਇਧਰ ਰਾਜਿਆਪਾਲ। ਹਿੰਦੀ ਜਾਂ ਪੰਜਾਬੀ ਦੇ ਮੈਂ ਫਿਰ ਕਹਿ ਰਿਹਾ, ਨਾਲ ਦੀ ਨਾਲ ਲਿਖਦੇ ਰਹਿਣਾ। ਰਾਸ਼ਟਰਪਤੀ, ਪ੍ਰੈਜ਼ੀਡੈਂਟ, ਗਵਰਨਰ ਨੂੰ ਗਵਰਨਰ ਵੀ ਲਿਖਿਆ ਜਾਂਦਾ ਹੈ, ਰਾਜਿਆਪਾਲ ਵੀ ਲਿਖਿਆ ਜਾਂਦਾ ਹੈ। ਤਾਂ ਪਹਿਲਾਂ ਤਾਂ ਸੈਂਟਰ ਲੈਵਲ ਤੇ ਪ੍ਰੈਜ਼ੀਡੈਂਟ ਤੇ ਸਟੇਟ ਲੈਵਲ ਤੇ ਗਵਰਨਰ, ਆ ਦੋਨਾਂ ਦੀ ਸੈਲਰੀਜ਼ ਮੈਂਸ਼ਨ ਹੈਗੀਆਂ ਨੇ ਇਹਦੇ ਵਿੱਚ। ਦੂਸਰੀ ਚੀਜ਼ ਅਗਰ ਮੈਂ ਆਵਾਂ, ਇੱਕ ਆਪਣੇ ਕੋਲ ਹੁੰਦੀ ਹੈ ਲੋਕ ਸਭਾ, ਇੱਕ ਹੁੰਦੀ ਹੈ ਰਾਜ ਸਭਾ। ਤੇ ਸਟੇਟ ਲੈਵਲ ਤੇ ਲੋਕ ਸਭਾ ਦੇ ਬਰਾਬਰ ਹੁੰਦੀ ਹੈ ਵਿਧਾਨ ਸਭਾ ਤੇ ਰਾਜ ਸਭਾ ਦੇ ਬਰਾਬਰ ਹੁੰਦੀ ਹੈ ਵਿਧਾਨ ਪਰਿਸ਼ਦ। ਹੁਣ ਇਹਨਾਂ ਦੇ ਵਿੱਚ ਕੀ ਹੁੰਦੇ ਨੇ? ਦੇਖੋ ਲੋਕ ਸਭਾ ਜਾਂ ਵਿਧਾਨ ਸਭਾ ਮੈਂ ਇਕੁਅਲ ਰੱਖ ਰਿਹਾ। ਇਕੁਅਲ ਵੀ ਕਿਉਂ ਰੱਖ ਰਿਹਾ? ਸੈਂਟਰ ਲੈਵਲ ਤੇ ਜਿਵੇਂ ਜਿਵੇਂ ਲੋਅਰ ਹਾਊਸ ਨਿਮਨ ਸਦਨ ਆਪਣੇ ਕੋਲ ਹੈਗਾ ਲੋਕ ਸਭਾ, ਸਟੇਟ ਲੈਵਲ ਤੇ ਕਿਹੜਾ ਹੁੰਦਾ? ਵਿਧਾਨ ਸਭਾ। ਤਾਂ ਇਹਦੇ ਵਿੱਚ ਕੌਣ ਹੁੰਦੇ ਨੇ ਇਹਨਾਂ ਦੇ ਹੈਡ? ਇੱਕ ਤਾਂ ਆਪਣੇ ਕੋਲ ਹੁੰਦਾ ਸਪੀਕਰ ਆਫ ਲੋਕ ਸਭਾ, ਹੈ ਨਾ, ਸਪੀਕਰ ਆਫ ਲੋਕ ਸਭਾ। ਇੱਕ ਨਾਲ ਹੁੰਦਾ ਡਿਪਟੀ ਸਪੀਕਰ।
देखो स्पीकर ते डिप्टी स्पीकर दोनों पासे होंगे सेंटर लेवल ते लोक सभा दे विच, स्टेट लेवल ते विधान सभा दे विच। उवें ही राज्य सभा ते विधान परिषद दे विच की हुंदे आ, विधान परिषद विच ते राज्य सभा दे विच अपने कोल हुंदे ने चेयरमैन एंड डिप्टी चेयरमैन, चेयरमैन ते डिप्टी चेयरमैन, मतलब अध्यक्ष हुंदा ते उपाध्यक्ष हुंदा है। तो अपने को लोक सभा ते विधान सभा, राज्य सभा ते विधान परिषद, इन्हां दे जिहड़े हैड हुंदे ने ਉਹ ਹੈਡ ਦੀ ਸੈਲਰੀਜ਼ ਵੀ ਮੈਂਸ਼ਨ ਹੁੰਦੀਆਂ ਨੇ ਆਪਣੇ ਕੋਲ ਕਿੰਦੇ ਵਿੱਚ, ਕਨਸਟੀਟਿਊਸ਼ਨ ਦੇ ਸੈਕੰਡ ਸ਼ਡਿਊਲ ਦਾ। ਤਿੰਨ ਚੀਜ਼ਾਂ ਆਪਾਂ ਪੜ੍ਹੀਆਂ, ਪ੍ਰੈਜ਼ੀਡੈਂਟ ਪੜ੍ਹ ਲਿਆ, ਲੋਕ ਸਭਾ ਪੜ੍ਹ ਲਈ ਤੇ ਰਾਜ ਸਭਾ। ਲੋਕ ਸਭਾ ਦੇ ਨਾਲ ਆਪਾਂ ਪੜ੍ਹ ਲਈ ਵਿਧਾਨ ਸਭਾ ਤੇ ਨਾਲ ਆਪਾਂ ਪੜ੍ਹ ਲਈ ਉੱਥੇ ਆਪਣੇ ਕੋਲ ਵਿਧਾਨ ਪਰਿਸ਼ਦ। ਇੱਕ ਚੀਜ਼ ਆਪਾਂ ਹੋਰ ਦੇਖ ਲਈਏ, ਇੱਕ ਪਰਸਨ ਹੋਰ ਆਪਣੇ ਇੰਡੀਆ ਦੇ ਵਿੱਚ ਹੈਗਾ, ਉਹ ਹੈਗਾ CAG ਕੈਗ। ਹੁਣ ਕੈਗ ਇਹ ਕੀ ਹੁੰਦਾ ਜੀ, ਇਹ ਹੁੰਦਾ ਕੰਟਰੋਲਰ and auditor general of India। अपने इंडिया दा कैग कंट्रोलर एंड ऑडिटर जनरल ऑफ इंडिया, जिन्हों हिंदी दे विच आपां लिखदे आ नियंत्रण महालेखा परीक्षक, नियंत्रण महालेखा परीक्षक। हुण नियंत्रण महालेखा, लेखा हुंदा अकाउंट्स है ना, ਤਾਂ ਲੇਖਾ ਅਕਾਊਂਟ ਜਿਹੜੇ ਆਪਣੇ ਇੰਡੀਆ ਦੇ ਹੈਗੇ ਅਕਾਊਂਟਸ ਵਿੱਚ ਕੀ ਹੁੰਦਾ, ਜਿੰਨੀ ਆਪਣੀ ਗਵਰਨਮੈਂਟ ਨੂੰ ਸੈਲਰੀ ਰਿਸੀਵ ਹੋ ਰਹੀ ਹੈ ਜਾਂ ਆਪਾਂ ਕਹਿੰਦੇ ਜਿੰਨੇ ਆਪਣੀ ਗਵਰਨਮੈਂਟ ਨੂੰ ਕੀ ਹੋ ਰਹੇ ਨੇ, ਨਾਲ ਦੀ ਨਾਲ ਆਪਣੀ ਗਵਰਨਮੈਂਟ ਦੇ ਖਰਚੇ ਹੋ ਰਹੇ ਆ, ਉਹਨਾਂ ਦਾ ਵੇਰਵਾ, ਉਹਨਾਂ ਦਾ ਬਿਊਰਾ ਕਿਹਨੇ ਤਿਆਰ ਕਰਨਾ ਹੁੰਦਾ, ਕੈਗ ਨੇ। ਤਾਂ ਆਪਣੇ ਕੋਲ 4 ਪਰਸਨ ਹੋ ਗਏ, ਪ੍ਰੈਜ਼ੀਡੈਂਟ, ਲੋਕ ਸਭਾ, ਰਾਜ ਸਭਾ ਤੇ ਕੈਗ। ਉਵੇਂ ਸਟੇਟ ਲੈਵਲ ਤੇ ਲੋਕ ਸਭਾ ਦੇ ਬਰਾਬਰ ਵਿਧਾਨ ਸਭਾ ਤੇ ਰਾਜ ਸਭਾ ਦੇ ਬਰਾਬਰ ਵਿਧਾਨ परिषद। अपने को 4 परसेंट ए वाले थे। एक चीज होर, लास्ट चीज जिहदी सैलरी मैंशन हुंदी है अपने किंदे विच, सैकंड शेड्यूल दे विच, ओ हुंदे है सुप्रीम कोर्ट ते हाई कोर्ट दे जजिस। देखो सेंटर लेवल ते सुप्रीम कोर्ट काम करदी है जिन्हों आप बोलते हैं सर्वोच्च न्यायालय, स्टेट लेवल ते काम करदी है हाई कोर्ट जिन्हों बोलते हैं उच्च न्यायालय। ते ओ दोनों दी सैलरीज किंदे विच मेंशन हुंदियां, ओ दोनों दी सैलरीज मेंशन हुंदियां ने किंदे विच, सैकंड शेड्यूल दे विच, सुप्रीम कोर्ट दियां भी ते हाई कोर्ट दियां भी। ਇੱਥੇ ਇੱਕ ਚੀਜ਼ ਯਾਦ ਰੱਖਣਾ, ਕਨਸਟੀਟਿਊਸ਼ਨ ਦੇ ਵਿੱਚ ਲੋਕਲ ਗਵਰਨਮੈਂਟ ਦੀਆਂ ਸੈਲਰੀਜ਼ ਇੱਥੇ ਮੈਂਸ਼ਨ ਨਹੀਂ ਹੈ। ਲੋਕਲ ਗਵਰਨਮੈਂਟ ਦੇ ਵਿੱਚ ਮਿਊਨਿਸਪੈਲਿਟੀ ਤੇ ਪੰਚਾਇਤੀ ਰਾਜ, ਉਹਨਾਂ ਦੀਆਂ ਸੈਲਰੀਜ਼ ਆਪਾਂ ਇੱਥੇ ਨਹੀਂ ਪੜ੍ਹ ਰਹੇ। ਤਾਂ ਪਹਿਲਾ ਸ਼ਡਿਊਲ ਆਪਣੇ ਕੋਲ ਕਿਹੜਾ ਸੀ, ਲਿਸਟ ਵਾਲਾ, ਵੀਡੀਓ ਪੌਜ਼ ਕਰਕੇ ਦੇਖ ਸਕਦੇ ਹੋ। ਪਹਿਲਾ ਸ਼ਡਿਊਲ ਆਪਣੇ ਕੋਲ ਸੀ ਲਿਸਟ ਵਾਲਾ, ਸੈਕੰਡ ਸ਼ਡਿਊਲ ਆਪਣੇ ਕੋਲ ਸੀ ਸੈਲਰੀਜ਼ ਵਾਲਾ। ਤਾਂ ਲਿਸਟ ਦੇ ਵਿੱਚ 28 ਸਟੇਟਸ ਨੇ, 8 ਯੂਨੀਅਨ ਟੈਰੀਟਰੀਜ਼ ਨੇ। 28 ਦੇ ਵਿੱਚ ਇੱਕ ਪਹਿਲਾਂ ਐਡ ਹੋਈ ਸੀ ਤੇਲੰਗਾਨਾ, ਜਿਹਦੀ ਕੈਪੀਟਲ ਐਟ ਪ੍ਰੈਜ਼ੈਂਟ ਹੈਦਰਾਬਾਦ ਹੈ। ਤੇ ਆਪਣੇ ਕੋਲ 7 ਦੇ ਵਿੱਚ 2 ਐਡ ਹੋਈਆਂ ਸੀ, ਜੰਮੂ ਕਸ਼ਮੀਰ ਤੇ ਲਦਾਖ, ਲੇਕਿਨ ਦਮਨ ਐਂਡ ਦੀਊ ਤੇ ਦਾਦਰਾ ਨਗਰ ਹਵੇਲੀ ਕੰਬਾਈਨ ਹੋ ਗਈ, ਇਕੱਠੀ ਹੋ ਗਈ। ਤਾਂ ਆਪਣੇ ਕੋਲ ਕੀ ਰਹਿ ਗਈਆਂ, 8 ਯੂਨੀਅਨ ਟੈਰੀਟਰੀਜ਼। ਅੱਗੇ ਚਲਿਏ ਥਰਡ ਸ਼ਡਿਊਲ ਦੇ ਉੱਪਰ। ਜਿਹੜਾ ਆਪਣਾ ਥਰਡ ਸ਼ਡਿਊਲ ਹੈ ਉਹ ਕਿਹੜਾ ਹੈਗਾ, ਹੁਣ ਉਹ ਦੇਖ ਲੈਂਦੇ ਆ। ਤਾਂ ਥਰਡ ਸ਼ਡਿਊਲ ਆਪਣੇ ਕੋਲ ਹੈਗਾ, ਆਪਾਂ ਹੁਣੇ ਦੇਖਿਆ ਸੀ, ਦੈਟ ਇਜ਼ oath। oath ਬੋਲੇ ਤਾਂ ਸ਼ਪਥ, oath and affirmation। oath and affirmation, affirmation ਤੇ oath ਇੱਕ ਚੀਜ਼ ਹੁੰਦੀ ਹੈ। ਐਕਚੁਅਲ ਦੇ ਵਿੱਚ ਜਿਹੜੇ ਆਸਤਿਕ ਬੰਦੇ ਹੁੰਦੇ ਆ, ਭਗਵਾਨ ਦੇ ਵਿੱਚ ਵਿਸ਼ਵਾਸ ਕਰਨ ਵਾਲੇ, ਉਹਨਾਂ ਨੂੰ oath ਦਿਲਵਾਈ ਜਾਂਦੀ ਹੈ। affirmation ਉਹਨਾਂ ਨੂੰ ਜਿਹੜੇ ਨਾਸਤਿਕ ਹੁੰਦੇ ਆ। ਤਾਂ oath and affirmation ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਪਾਂ ਕਿਹੜੇ-ਕਿਹੜੇ ਪਰਸਨ ਦੀ ਸ਼ਪਥ ਮੈਂਸ਼ਨ ਹੈ ਕਿੰਦੇ ਵਿੱਚ ਆਪਣੇ ਕੋਲ ਥਰਡ ਸ਼ਡਿਊਲ ਦੇ ਵਿੱਚ। ਦੇਖੋ ਮੰਤਰੀ ਹੁੰਦੇ ਆ, ਮੰਤਰੀ ਸਮਝੇ ਸੁਣੇ ਹੋਣੇ ਆ। ਸੈਂਟਰ ਲੈਵਲ ਇੱਕ ਤਾਂ ਨਾਰਮਲ ਹੁੰਦੇ ਆ, ਲੋਕ ਸਭਾ ਦੇ ਵਿੱਚ ਬੈਠੇ ਸਾਰੇ ਮੰਤਰੀ ਨਹੀਂ ਹੁੰਦੇ। ਲੋਕ ਸਭਾ ਦੇ ਵਿੱਚ ਬੈਠੇ ਜਾਂ ਰਾਜ ਸਭਾ ਦੇ ਵਿੱਚ ਬੈਠੇ ਇੱਕ ਤਾਂ ਹੁੰਦੇ ਐਮਪੀ, ਹੈਨਾ। ਉਹ ਐਮਪੀਜ਼ ਦੇ ਵਿੱਚ ਕੁਝ ਮੰਤਰੀ, ਕੁਝ ਬੰਦਿਆਂ ਨੂੰ ਡਿਪਾਰਟਮੈਂਟ ਦੇ ਦਿੰਦੇ ਆਪਾਂ। ਹੈਲਥ ਮਿਨਿਸਟਰ ਬਣ ਗਿਆ, ਰੇਲਵੇ ਮਿਨਿਸਟਰ ਬਣ ਗਿਆ, ਰੋਡਵੇਜ਼ ਦਾ ਬਣ ਗਿਆ, ਉਹ ਸਾਰੇ ਕੀ ਬਣ ਜਾਂਦੇ ਆ, ਮੰਤਰੀ ਬਣ ਜਾਂਦੇ ਆ, ਹਨਾ। ਕੈਬਨਿਟ ਮੰਤਰੀ ਹੋ ਗਏ, ਸਟੇਟ ਮੰਤਰੀ ਹੋ ਗਏ। ਤਾਂ ਆਪਣੇ ਕੋਲ ਸੈਂਟਰਲ ਗਵਰਨਮੈਂਟ ਦੇ ਵਿੱਚ ਯੂਨੀਅਨ ਮਿਨਿਸਟਰ, ਮਤਲਬ ਕੇਂਦਰ ਸਰਕਾਰ ਦੇ ਮੰਤਰੀ, ਤੇ ਸਟੇਟ ਗਵਰਨਮੈਂਟ ਦੇ ਵਿੱਚ ਸਟੇਟ ਮਿਨਿਸਟਰਸ। ਤਾਂ ਸਭ ਤੋਂ ਪਹਿਲਾਂ ਤਾਂ ਦੋ ਉਹੀ ਦੇਖੋ, ਮੈਂ ਫਿਰ ਕਹਿ ਰਿਹਾ अपने को सेंटर ते स्टेट वाला इकट्ठा बराबर चलेगा, इक्वल इक्वल, बहुत अच्छे तरीके नाल समझ आ जाएगा। सेंटर लेवल ते भी मंत्री हुंदे, जिवें सेंटर लेवल ते प्रेसिडेंट पढ़िया सी, स्टेट लेवल ते गवर्नर पढ़िया सी, उदां ही सेंटर लेवल ते यूनियन मिनिस्टर हैगे ने, स्टेट लेवल ते स्टेट मिनिस्टर ने। तो आ सारे दी ओथ किथे हैगी अपनी उन्हां दे विच। हुण मंत्री कित्थों चुने जांदे आ, अगर सेंटर लेवल ते गल करां तां लोक सभा दे विचों या राज्य सभा दे विचों, स्टेट लेवल ते गल करां विधान सभा या विधान परिषद दे विचों। तां उन्हां दी इत्थे भी ओथ आएगी। मतलब सेकंड चीज सेम है अपने को, इत्थे अपने को लोक सभा या विधान सभा, है ना, राज्य सभा या विधान परिषद। देखो मैं इक्वल क्यों रख रहा है, इसदा बेनिफिट बहुत तुहानूं मिलना आगे जाके। जिवें जिवें लोक सभा पढ़ांगे ना उवें विधान सभा होएगी सारी। फॉर एग्जांपल तुहानूं मैं एक एग्जांपल देना ताकि तुहानूं दिमाग दे विच बैठ जाए भी आपां इकट्ठियां चीजां पढ़नियां ने वालियां।
अगर मैं कहा लोक सभा 5 साल बाद खत्म होती है, हाँ जी लोक सभा अगर 5 साल बाद होती है तो यह भी 5 साल बाद खत्म होती है। लोक सभा ਜਿਹੜੇ ਬੰਦੇ ਹੁੰਦੇ ਆ ਉਹਨਾਂ ਦੇ ਡਾਇਰੈਕਟ ਇਲੈਕਸ਼ਨ ਹੁੰਦੇ ਆ, ਆਪਾਂ ਚੁਣ ਕੇ ਭੇਜਦੇ ਆ। ਉਦਾਂ ਹੀ ਜੇ ਲੋਕ ਸਭਾ ਦੇ ਡਾਇਰੈਕਟ ਹੋ ਰਿਹਾ ਤਾਂ ਵਿਧਾਨ ਸਭਾ ਦੇ ਡਾਇਰੈਕਟ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਐਮਐਲਏ ਕਹਿੰਦੇ ਆ, ਹਨਾ। ਇਧਰ ਐਮਪੀ ਹੋ ਗਏ, ਐਮਐਲਏ ਹੋ ਗਏ। ਇਹਨਾਂ ਨੂੰ ਆਪਾਂ ਨਹੀਂ ਭੇਜਦੇ ਡਾਇਰੈਕਟਲੀ, ਇਹਨਾਂ ਦੇ ਵੀ ਡਾਇਰੈਕਟ ਇਲੈਕਸ਼ਨ ਉਦਾਂ ਨਹੀਂ ਹੁੰਦੇ ਜਿਵੇਂ ਨਾਰਮਲ ਇਲੈਕਸ਼ਨ ਹੁੰਦੇ, ਮਤਲਬ ਸਾਰੇ ਪਾਰਟਿਸਿਪੇਟ ਨਹੀਂ ਕਰਦੇ। ਉਵੇਂ ਲੋਕ ਸਭਾ ਲੋਅਰ ਹਾਊਸ ਹੁੰਦਾ, ਵਿਧਾਨ ਸਭਾ ਲੋਅਰ ਹਾਊਸ ਸਟੇਟ ਦਾ ਹੈ, ਰਾਜ ਸਭਾ ਅਪਰ ਹਾਊਸ ਹੈ, ਵਿਧਾਨ ਪਰਿਸ਼ਦ ਵੀ ਕੀ ਹੈ ਅਪਰ ਹਾਊਸ ਸਟੇਟ ਦਾ। ਮਤਲਬ ਇਹ ਇਕੁਅਲ ਹੈ, ਮੈਂ ਤਾਂ ਇਕੁਅਲ ਆਖ ਰਿਹਾ, ਠੀਕ ਹੈ। ਹੁਣ ਇਹਨਾਂ ਦੇ ਜਿਹੜੇ ਮੈਂਬਰ ਹੁੰਦੇ ਆ, ਮੈਂਬਰ ਬੋਲੇ ਤੋਂ ਐਮਪੀ, ਐਮਪੀ ਬੋਲੇ ਤੋਂ ਮੈਂਬਰ ਆਫ ਪਾਰਲੀਮੈਂਟ, ਪਾਰਲੀਮੈਂਟ ਦੇ ਵਿੱਚ ਲੋਕ ਸਭਾ ਰਾਜ ਸਭਾ ਆ ਜਾਂਦੀ ਹੈ ਨਾ। ਤਾਂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਸਾਰਿਆਂ ਦੀ ਸ਼ਪਥ ਕਿੱਥੇ ਹੁੰਦੀ ਹੈ, ਆਪਣੀ ਮੈਂਸ਼ਨ ਹੁੰਦੀ ਹੈ ਕਿਹਦੇ ਵਿੱਚ, 3rd ਸ਼ਡਿਊਲ ਦੇ ਵਿੱਚ। ਵਿਧਾਨ ਸਭਾ ਦੇ ਮੈਂਬਰ, ਵਿਧਾਨ ਸਭਾ ਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਲੈਜਿਸਲੇਟਿਵ ਅਸੈਂਬਲੀ, ਤਾਂ ਇਹਨੂੰ ਆਪਾਂ ਇਹਦੇ ਮੈਂਬਰਸ ਨੂੰ ਬੋਲਦੇ ਆ ਐਮਐਲਏ, ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ। ਤਾਂ ਇਹਨਾਂ ਦੀ ਵੀ ਸ਼ਪਥ ਇੱਥੇ ਹੈ। ਵਿਧਾਨ ਪਰਿਸ਼ਦ ਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਲੈਜਿਸਲੇਟਿਵ ਕਾਉਂਸਿਲ, ਤਾਂ ਮੈਂਬਰਸ ਆਫ ਲੈਜਿਸਲੇਟਿਵ ਕਾਉਂਸਿਲ। ਤਾਂ ਇਹਨਾਂ ਦੀ ਜਿਹੜੀ ਹੁੰਦੀ ਆ ਆਪਣੇ ਕੋਲ ਓਥ, ਉਹ ਵੀ ਕਿੱਥੇ ਹੁੰਦੀ ਹੈ ਆਪਣੀ 3rd ਸ਼ਡਿਊਲ ਦੇ ਵਿੱਚ। ਦੈਟ ਮੀਨਸ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ ਚਾਰੋਂ ਮੈਂਬਰਸ ਦੀ ਓਥ ਇੱਥੇ ਸੈਂਟਰ ਲੈਵਲ ਦੇ ਮਿਨਿਸਟਰ ਤੇ ਸਟੇਟ ਲੈਵਲ ਦੇ ਮਿਨਿਸਟਰ ਜਿਹੜੇ ਇਹਦੇ ਵਿੱਚੋਂ ਹੀ ਚੁਣੇ ਜਾਂਦੇ ਆ, ਉਹ ਵੀ ਇੱਥੇ। ਇਨ ਸ਼ੋਰਟ ਇਹਨੂੰ ਮੈਂ ਅਗਰ ਰਬ ਕਰਕੇ ਇੱਥੇ ਲਿਖਣਾ ਚਾਹਾਂ ਤਾਂ ਸਿੱਧਾ ਸਿੱਧਾ ਲਿਖ ਸਕਦਾ। ਹੋਰ ਕਿਹਨਾਂ ਦੀ ਓਥ ਇੱਥੇ ਹੈ, ਮੈਂਬਰਸ ਆਫ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ। ਤਾਂ ਆ ਚਾਰੋਂ ਬੰਦਿਆਂ ਦੀ ਸ਼ਪਥ ਵੀ ਕਿੱਥੇ ਹੈਗੀ ਆਪਣੇ ਕੋਲ 3rd ਸ਼ਡਿਊਲ ਦੇ ਵਿੱਚ। ਹੋਰ ਕਿਹਨਾਂ ਦੀ ਸ਼ਪਥ ਹੁੰਦੀ ਹੈ, ਹੋਰ ਇੱਥੇ ਜਿਹੜੇ ਆਪਾਂ ਪਿੱਛੇ ਦੇਖੋ ਸਾਰਾ ਕੁਝ ਸੇਮ ਹੈ। ਆਪਾਂ ਨੂੰ ਹੁਣੇ ਪਿੱਛੇ ਪੜਿਆ ਸੀ 2nd ਸ਼ਡਿਊਲ ਜਿਹਦੇ ਵਿੱਚ ਸੈਲਰੀਜ਼ ਪੜੀ ਸੀ, ਸੈਲਰੀ ਬਸ ਇੱਥੇ ਪ੍ਰੈਜ਼ੀਡੈਂਟ ਤੇ ਗਵਰਨਰ ਆਇਆ ਸੀ, ਉਹਦੀ ਜਗ੍ਹਾ ਤੇ ਆਪਣੇ ਕੋਲ ਮਿਨਿਸਟਰ ਆ ਗਏ। ਇੱਥੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ ਪੜੀ ਸੀ, ਉਹਦੇ ਮੈਂਬਰ ਨਹੀਂ ਪੜੇ ਸੀ, ਉੱਥੇ ਆਪਾਂ ਉਹਨਾਂ ਦੇ ਹੈਡ ਪੜੇ ਸੀ, ਸਪੀਕਰ ਤੇ ਚੇਅਰਮੈਨ, ਹਨਾ। ਉਹਦੇ ਬਾਅਦ ਪੜੇ ਸੀ ਜੱਜਿਸ, ਹਨਾ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਿਸ। ਤਾਂ ਇੱਥੇ ਵੀ ਸੇਮ ਹੈ, ਜੱਜਿਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ। ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜਿਹੜੇ ਜੱਜਿਸ ਹੈ ਉਹ, ਤੇ ਇੱਕ ਲਾਸਟ ਬੰਦਾ ਆਪਾਂ ਪਹਿਲਾਂ ਵੀ ਪੜਿਆ, ਦੈਟ ਇਜ਼ ਕੈਗ, ਕੰਟਰੋਲਰ ਐਂਡ ਆਡੀਟਰ ਜਨਰਲ। ਤਾਂ ਆ ਸਾਰਿਆਂ ਦੀ ਸ਼ਪਥ ਜਿਹੜੀ ਹੈ ਉਹ ਕਿੱਥੇ ਮੈਂਸ਼ਨ ਹੈਗੀ ਹੈ 3rd ਸ਼ਡਿਊਲ ਦੇ ਵਿੱਚ। ਤਾਂ ਸਭ ਤੋਂ ਪਹਿਲਾ ਸ਼ਡਿਊਲ ਆਪਣੇ ਕੋਲ ਕਿਹੜਾ ਹੋ ਗਿਆ, ਇਹਨੂੰ ਲਿਸਟ, ਸੈਕਿੰਡ ਹੋ ਗਿਆ ਸੈਲਰੀ, 3rd ਹੋ ਗਿਆ ਓਥ। ਤਾਂ ਪਹਿਲੇ 3 ਸ਼ਡਿਊਲ ਆਪਣੇ ਇੱਥੇ ਕਵਰ ਹੁੰਦੇ ਆ। ਅੱਗੇ ਚੱਲਦੇ ਆ 3rd ਤੋਂ 4th ਸ਼ਡਿਊਲ ਦੇ ਉੱਪਰ। ਤਾਂ ਚੌਥਾ ਸ਼ਡਿਊਲ ਆਪਣੇ ਕੋਲ ਕਿਹੜਾ ਸੀ, ਤਾਂ 4th ਸ਼ਡਿਊਲ ਆਪਣੇ ਕੋਲ ਹੈਗਾ ਸੀ ਸੀਟਾਂ ਦੀ ਐਲੋਕੇਸ਼ਨ। ਤਾਂ 3rd ਸ਼ਡਿਊਲ ਆਪਣਾ ਕਵਰ ਹੋ ਗਿਆ। 3rd ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ 4th ਦੀ। ਤਾਂ 4th ਆਪਣੇ ਕੋਲ ਹੈਗਾ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਰਾਜ ਸਭਾ ਦੇ ਵਿੱਚ ਸੀਟਾਂ ਦਾ ਬਟਵਾਰਾ, ਰਾਜ ਸਭਾ ਦੇ ਵਿੱਚ ਸੀਟਾਂ ਦਾ ਆਬੰਟਨ। ਹੁਣ ਉਹ ਕਿੱਦਾਂ ਹੁੰਦਾ ਹੈ, ਦੇਖੋ ਰਾਜ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਐਲੋਕੇਟ ਕੀਤੀਆਂ ਜਾਂਦੀਆਂ ਨੇ, ਤੁਹਾਨੂੰ ਵੈਸੇ ਕਿੱਦਾਂ ਮਰਜ਼ੀ ਪੁੱਛ ਲੈਣੇ। ਤਾਂ 4th ਸ਼ਡਿਊਲ ਦੇ ਵਿੱਚ ਸਪੈਸ਼ਲ ਰਾਜ ਸਭਾ ਦੀ ਗੱਲ ਕਰ ਰਹੇ ਆ ਨਾ, ਤੁਹਾਨੂੰ ਜਿੱਥੇ ਮਰਜ਼ੀ ਪੁੱਛ ਲੈਣ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਵਿਧਾਨ ਪਰਿਸ਼ਦ। ਤਾਂ ਐਲੋਕੇਸ਼ਨ ਕਿਤੇ ਡਿਪੈਂਡ ਰਹਿੰਦੀ ਹੈ, ਐਲੋਕੇਸ਼ਨ ਡਿਪੈਂਡ ਰਹਿੰਦੀ ਹੈ, ਡਿਪੈਂਡਸ ਅਪਨ ਪੋਪੂਲੇਸ਼ਨ। ਕਿਸੇ ਚੀਜ਼ ਦੀ ਮਰਜ਼ੀ ਪੁੱਛ ਲੈ, ਠੀਕ ਹੈ। ਤਾਂ ਪੋਪੂਲੇਸ਼ਨ ਕਿਸੇ ਜਗ੍ਹਾ ਦੀ ਜਿੰਨੀ ਹੋਏਗੀ ਉਹੀ ਆਪਾਂ ਨੂੰ ਦੱਸੇਗੀ ਉੱਥੋਂ ਦੀਆਂ ਸੀਟਾਂ ਕਿੰਨੀਆਂ ਨੇ। ਉਹਦੇ ਅਸੀਂ ਫਾਰਮੂਲਾਜ਼ ਯੂਜ਼ ਕੀਤੇ ਜਾਂਦੇ ਆ। ਆਪਾਂ ਲੇਟਰ ਔਨ ਫਰਦਰ ਲੈਕਚਰਸ ਜਿਹੜੇ ਕਰਾਂਗੇ ਉਹਦੇ ਵਿੱਚ ਡਿਟੇਲ ਦੇ ਵਿੱਚ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਕਿਹੜੇ ਫਾਰਮੂਲਾਜ਼ ਯੂਜ਼ ਹੁੰਦੇ ਆ, ਚਾਹੇ ਐਗਜ਼ਾਮ ਦੇ ਵਿੱਚ ਨਹੀਂ ਪੁੱਛਦੇ, ਲੇਕਿਨ ਆਪਾਂ ਬਿਲਕੁਲ ਬੇਸਿਕ ਤੋਂ ਬੇਸਿਕ ਚੀਜ਼ ਬਹੁਤ ਡਿਟੇਲ ਦੇ ਵਿੱਚ ਕਵਰ ਕਰਨੀ ਹੈ। ਤਾਂ ਡਿਪੈਂਡਸ ਅਪਨ ਪੋਪੂਲੇਸ਼ਨ, ਪੋਪੂਲੇਸ਼ਨ ਤੇ ਡਿਪੈਂਡ ਕਰਦਾ ਹੈ, ਕੀ ਕਰਦਾ ਹੈ, ਸੀਟਾਂ ਦੀ ਐਲੋਕੇਸ਼ਨ। ਤਾਂ ਸੀਟਸ ਦੀ ਐਲੋਕੇਸ਼ਨ ਡਿਪੈਂਡ ਕਰੇਗੀ ਕਿਹਦੇ ਉੱਪਰ, ਪੋਪੂਲੇਸ਼ਨ ਦੇ ਉੱਪਰ। ਜਿੰਨੀ ਜ਼ਿਆਦਾ ਜਨਸੰਖਿਆ ਹੋਏਗੀ ਉਨੀਆਂ ਜ਼ਿਆਦਾ ਸੀਟਾਂ ਹੋਣਗੀਆਂ। ਪੇਪਰ ਦੇ ਵਿੱਚ ਕਾਫੀ ਵਾਰੀ ਕੁਐਸਚਨ ਆਉਂਦਾ ਹੈ, ਕੁਐਸਚਨ ਇਹ ਆਉਂਦਾ ਹੈ ਸਭ ਤੋਂ ਜ਼ਿਆਦਾ ਸੀਟਾਂ ਕਿੱਥੋਂ ਦੀਆਂ ਨੇ। ਤਾਂ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਕਿੱਥੋਂ ਦੀ ਹੈ, ਪੋਪੂਲੇਸ਼ਨ ਯੂਪੀ ਦੀ ਹੈ, ਉੱਤਰ ਪ੍ਰਦੇਸ਼ ਦੀ। ਚਾਹੇ ਤੁਹਾਨੂੰ ਪੁੱਛ ਲੈਣ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਵਿਧਾਨ ਸਭਾ, ਚਾਹੇ ਵਿਧਾਨ ਪਰਿਸ਼ਦ, ਚਾਰਾਂ ਦੇ ਵਿੱਚ ਤੁਹਾਨੂੰ ਅਗਰ ਪੁੱਛ ਲਿੱਤਾ ਜਾਂਦਾ ਸਭ ਤੋਂ ਜ਼ਿਆਦਾ ਸੀਟਾਂ ਕਿੱਥੋਂ ਦੀਆਂ ਨੇ, ਤਾਂ ਯੂਪੀ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਨੇ, ਠੀਕ ਹੈ। ਉਹੀ ਅੱਗੇ ਗੱਲ ਕਰੀਏ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਤਾਂ ਰਾਜ ਸਭਾ ਦੇ ਵਿੱਚ ਅਗਰ ਮੈਂ ਵੈਸੇ ਗੱਲ ਕਰਾਂ, ਰਾਜ ਸਭਾ ਦੀਆਂ ਟੋਟਲ ਸੀਟਸ ਜਿਹੜੀਆਂ ਫਿਲ ਆਊਟ ਕੀਤੀਆਂ ਜਾਂਦੀਆਂ, ਪਹਿਲਾਂ ਮੈਂ ਇੱਥੇ ਮੈਕਸਿਮਮ ਲਿਖ ਦੇਣਾ, ਮੈਕਸਿਮਮ ਸੀਟਾਂ ਕਿੰਨੀਆਂ ਹੋ ਸਕਦੀਆਂ ਨੇ। ਤਾਂ ਮੈਕਸਿਮਮ ਸੀਟਸ ਹੋ ਸਕਦੀਆਂ ਨੇ 250, ਜਿਹਦੇ ਵਿੱਚੋਂ ਫਿਲ ਆਊਟ ਕੀਤੀਆਂ ਜਾਂਦੀਆਂ 245। 245 ਦੀ ਵੀ ਅੱਗੇ ਚੱਲੀਏ ਤਾਂ ਆਪਣੇ ਕੋਲ 233 ਤੇ 12 ਦੀ ਐਲੋਕੇਸ਼ਨ ਹੈਗੀ ਹੈ। 233 ਅਲੱਗ-ਅਲੱਗ ਸਟੇਟਸ ਤੋਂ ਪਲੱਸ ਯੂਨੀਅਨ ਟੈਰੀਟਰੀਜ਼ ਤੋਂ ਜਾਂਦੇ ਆ। 12% ਸਿੱਧਾ ਨੋਮੀਨੇਟ ਕੀਤੇ ਜਾਂਦੇ ਆ, ਨੋਮੀਨੇਟ ਬਾਏ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਰਾਸ਼ਟਰਪਤੀ ਕੀ ਕਰਦਾ ਇਹਦੇ ਵਿੱਚ, ਨੋਮੀਨੇਟ ਕਰਦਾ 12%। ਤਾਂ ਹੁਣ ਆਪਾਂ ਇੱਥੇ ਗੱਲ ਕਰਦੇ ਸੀ ਪੋਪੂਲੇਸ਼ਨ ਦੀ। ਤਾਂ ਜਿਹੜੀਆਂ 233 ਸੀਟਾਂ ਰਹਿ ਗਈਆਂ ਜਿਹਦੇ ਇਲੈਕਸ਼ਨ ਹੋਣੇ ਨੇ,
ਉਹ ਇਨਡਾਇਰੈਕਟ ਇਲੈਕਸ਼ਨ ਹੁੰਦੇ ਆ, ਆਪਾਂ ਸਿੱਧਾ ਵੋਟ ਨਹੀਂ ਕਰਦੇ ਉਹਦੇ ਵਿੱਚ। ਤਾਂ ਉਹ ਜਿਹੜੇ ਇਨਡਾਇਰੈਕਟ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਆ 233 ਸੀਟਾਂ ਦੀ ਕੰਪੋਜੀਸ਼ਨ ਹਲਕੀ ਜੀ ਮੈਂ ਹੋਰ ਥੋੜੀ ਡੀਪ ਦੱਸੂਗਾ। ਅਗਰ ਪੁੱਛ ਲੈਣ ਤੁਹਾਨੂੰ ਮੈਕਸਿਮਮ ਸੀਟਸ ਕਿੱਥੋਂ ਦੀਆਂ ਨੇ ਤਾਂ ਉਹ ਨੇ यूपी ਦੀਆਂ, ਠੀਕ ਹੈ। ਤਾਂ ਮੈਕਸਿਮਮ ਤੇ ਦੂਸਰੀ ਆਪਾਂ ਦੇਖਣੀਆਂ ਨੇ ਪੰਜਾਬ, ਇਹ ਦੋਨੋਂ ਚੀਜ਼ਾਂ ਇੰਪੋਰਟੈਂਟ ਹੈ। ਤਾਂ यूपी ਦੇ ਵਿੱਚ ਟੋਟਲ ਜਿਹੜੀਆਂ ਸੀਟਸ ਹੈਗੀਆਂ ਨੇ, ਗੱਲ ਕਰ ਰਿਹਾ ਮੈਂ ਰਾਜ ਸਭਾ ਦੀ, ਠੀਕ ਹੈ, ਰਾਜ ਸਭਾ ਦੀ 31 ਸੀਟਸ ਨੇ। ਤਾਂ ਪੰਜਾਬ ਤੋਂ ਟੋਟਲ ਸੀਟਾਂ ਕਿੰਨੀਆਂ ਨੇ 7। ਤਾਂ ਆਪਣੇ ਕੋਲ ਪੰਜਾਬ ਵਾਲੀਆਂ ਵੀ ਯਾਦ ਰੱਖਣੀਆਂ ਇੰਪੋਰਟੈਂਟ ਹੈ ਤੇ ਮੈਕਸਿਮਮ ਯਾਦ ਰੱਖਣੀਆਂ ਵੀ ਇੰਪੋਰਟੈਂਟ ਹੈ। ਤਾਂ ਆ ਆਪਣੇ ਕੋਲ ਟੋਟਲ ਕੀ ਹੈਗੀਆਂ ਨੇ, ਮੈਕਸਿਮਮ ਸੀਟਸ ਜਿਹੜੀਆਂ यूपी ਦੀਆਂ ਨੇ 31 ਰਾਜ ਸਭਾ ਦੇ ਵਿੱਚ ਤੇ ਪੰਜਾਬ ਤੋਂ ਕਿੰਨੀਆਂ ਨੇ 7 ਸੀਟਸ ਨੇ। ਤਾਂ ਆਪਣੇ ਕੋਲ ਇਹ 4th ਸ਼ਡਿਊਲ ਸੀ। ਰਾਜ ਸਭਾ ਦੇ ਵਿੱਚ ਐਲੋਕੇਸ਼ਨ ਕਿੱਦਾਂ ਹੁੰਦੀ ਹੈ, ਪੋਪੂਲੇਸ਼ਨ ਤੇ ਡਿਪੈਂਡ ਰਹਿੰਦੀ ਹੈ। ਪੋਪੂਲੇਸ਼ਨ ਜਿੰਨੀ ਜ਼ਿਆਦਾ ਹੋਵੇਗੀ ਸੀਟਾਂ ਉਨੀਆਂ ਜ਼ਿਆਦਾ ਹੋਣਗੀਆਂ। ਸਭ ਤੋਂ ਜ਼ਿਆਦਾ ਪੋਪੂਲੇਸ਼ਨ यूपी ਦੀ ਹੈ ਤਾਂ 31 ਸੀਟਾਂ ਸਭ ਤੋਂ ਜ਼ਿਆਦਾ ਨੇ। ਵੈਸੇ ਮੈਕਸਿਮਮ ਸੀਟਾਂ 250 ਨੇ, ਜਿਹਦੇ ਵਿੱਚੋਂ ਜਿਹੜਾ ਫਿਲ ਆਊਟ ਕਰਦੇ ਆ ਉਹ ਕਿੰਨੀਆਂ ਆਪਾਂ ਕਰਦੇ ਆ 245 ਭਰਦੇ ਆ। ਤਾਂ 245 ਵਿੱਚੋਂ 12% ਰਾਸ਼ਟਰਪਤੀ ਭੇਜਦਾ, 233 ਸਟੇਟ ਤੇ यूटी ਤੋਂ ਆਉਂਦੇ ਆ। ਤਾਂ ਸਟੇਟ ਜਿਹੜੀ ਸਭ ਤੋਂ ਵੱਧ ਸੀਟਾਂ ਲੈ ਕੇ ਬੈਠੀ ਹੈ यूपी ਤੇ ਪੰਜਾਬ ਤੋਂ ਕਿੰਨੀਆਂ ਨੇ 7 ਸੀਟਸ। ਇਹ 4th ਸ਼ਡਿਊਲ ਸੀ। ਪਹਿਲੇ 4 ਸ਼ਡਿਊਲ ਆਪਣੇ ਕਵਰ ਹੁੰਦੇ ਆ ਇੱਥੇ। ਪਹਿਲੇ 4 ਸ਼ਡਿਊਲ ਦੇ ਵਿੱਚ ਆਪਾਂ ਇਹ ਦੇਖਿਆ, ਸਭ ਤੋਂ ਪਹਿਲਾਂ ਲਿਸਟ ਸੀ। ਸੈਕਿੰਡ ਨੰਬਰ ਤੇ ਆਪਣੇ ਕੋਲ ਸੀ ਸੈਲਰੀ, ਥਰਡ ਤੇ ਆਪਣੇ ਕੋਲ ਸੀ ਓਥ, ਚੌਥੇ ਨੰਬਰ ਤੇ ਆਪਣੇ ਕੋਲ ਕੀ ਹੈਗਾ ਸੀ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਪੰਜਵਾਂ ਤੇ ਛੇਵਾਂ ਸ਼ਡਿਊਲ ਬਹੁਤ ਹੀ ਸਿੰਪਲ ਹੈ। ਪੰਜਵਾਂ ਤੇ ਛੇਵਾਂ ਸ਼ਡਿਊਲ ਸਮਝਣਾ। ਪੰਜਵਾਂ ਸ਼ਡਿਊਲ ਦੇਖੋ ਮੈਂ ਨਾਮ ਇਕੱਠੇ ਲਿਖ ਦਿੰਦਾ ਵੈਸੇ ਤੇ, ਪੰਜਵਾਂ ਤੇ ਛੇਵਾਂ। ਹੁਣ ਨਾ ਪੰਜਵੇਂ ਤੇ ਛੇਵੇਂ ਸ਼ਡਿਊਲ ਸਿਮਿਲੈਰਿਟੀ ਵੀ ਹੈ ਤੇ ਹਲਕਾ ਜਿਹਾ ਡਿਫਰੈਂਸ ਵੀ ਹੈ, ਉਹ ਧਿਆਨ ਨਾਲ ਸਮਝਣਾ। ਪੰਜਵਾਂ ਸ਼ਡਿਊਲ ਇਹ ਕਹਿੰਦਾ ਹੈ ਐਡਮਿਨਿਸਟ੍ਰੇਸ਼ਨ of scheduled areas and scheduled tribes। ਹੁਣ ਇਹਨੂੰ ਹਿੰਦੀ ਪੰਜਾਬੀ ਵਿੱਚ ਕਹਿੰਦੇ ਆ ਸ਼ਡਿਊਲ ਏਰੀਆ, ਅਨੁਸੂਚਿਤ ਖੇਤਰ, ਅਨੁਸੂਚਿਤ ਖੇਤਰ ਤੇ ਅਨੁਸੂਚਿਤ ਜਨਜਾਤੀਆਂ, ਠੀਕ ਹੈ, ਇਨ ਵੇਰੀਅਸ ਸਟੇਟਸ। अलग-अलग स्टेट ਦੇ ਵਿੱਚ ਕੁਝ ਏਰੀਆਜ਼ ਐਦੇ ਹੁੰਦੇ ਆ ਜਿਹਨੂੰ ਕਿ ਆਪਾਂ ਸ਼ਡਿਊਲ ਏਰੀਆ, ਪਿਛੜੇ ਇਲਾਕੇ ਬੋਲ ਦਿੰਦੇ ਆ, ਟ੍ਰਾਈਬਲ ਏਰੀਆ ਬੋਲ ਦਿੰਦੇ ਆ। ਉਹ ਟ੍ਰਾਈਬਲ ਏਰੀਆਜ਼ ਵੈਸੇ ਤਾਂ ਸਾਰੇ ਇੱਥੇ ਕਵਰ ਨਹੀਂ ਹੁੰਦੇ, ਕੁਝ ਏਰੀਆ 6ਵੇਂ ਚ ਆਣਗੇ ਤਾਂ ਮੈਂ ਦੱਸਿਆ ਹਲਕਾ ਡਿਫਰੈਂਸ ਹੈ। ਤਾਂ ਅਲੱਗ-ਅਲੱਗ ਸਟੇਟ ਦੇ ਵਿੱਚ ਜਿਹੜੇ ਸ਼ਡਿਊਲ ਏਰੀਆਜ਼ ਨੇ, ਪ੍ਰੈਜ਼ੀਡੈਂਟ ਡਿਫਾਈਨ ਕਰਦਾ ਕਿਹੜਾ ਏਰੀਆ ਸ਼ਡਿਊਲ ਏਰੀਆ ਹੋਏਗਾ ਕਿਹੜਾ ਨਹੀਂ ਹੋਏਗਾ। ਤਾਂ ਉਹ ਜਿਹੜੇ ਏਰੀਆਜ਼ ਨੇ ਵਾਲੇ ਸਾਰੇ ਦੇ ਸਾਰੇ, ਉਹਨਾਂ ਦੀ ਐਡਮਿਨਿਸਟ੍ਰੇਸ਼ਨ, ਉਹਨਾਂ ਦਾ ਪ੍ਰਸ਼ਾਸਨ ਕਿਹਦੇ ਵਿੱਚ ਆਉਂਦਾ, ਪੰਜਵੇਂ ਦੇ ਵਿੱਚ ਆਉਂਦਾ। ਇਹਨੂੰ ਡੀਪ ਵਿੱਚ ਨਹੀਂ ਪੜਨਾ, ਆਪਾਂ ਕੁਝ ਨਹੀਂ ਪੜਨਾ ਇਹਦਾ, ਠੀਕ ਹੈ। 6ਵੇਂ ਦੇ ਵਿੱਚ ਇੱਕ ਚੀਜ਼ ਯਾਦ ਕਰਨੀ ਹੈ, ਨਾਮ ਸੇਮ ਰਹੇਗਾ, ਹਲਕਾ ਜਿਹਾ ਫਰਕ ਪਏਗਾ, ਧਿਆਨ ਨਾਲ ਦੇਖਣਾ। ਐਡਮਿਨਿਸਟ੍ਰੇਸ਼ਨ ਸੇਮ ਚੱਲ ਰਿਹਾ, ਐਡਮਿਨਿਸਟ੍ਰੇਸ਼ਨ ਆਫ ਟ੍ਰਾਈਬਲ ਏਰੀਆਜ਼। ਹੁਣ ਇੱਥੇ ਕੱਲੇ ਟ੍ਰਾਈਬਲ ਏਰੀਆ ਆ ਗਏ ਜਿਹਨੂੰ ਆਪਾਂ ਕਹਿ ਦਿੰਦੇ ਆ ਕਬੀਲੇ। ਐਡਮਿਨਿਸਟ੍ਰੇਸ਼ਨ ਆਫ ਟ੍ਰਾਈਬਲ ਏਰੀਆਜ਼ ਇਨ ਕਿੱਥੇ, ਕਿਹੜੀ ਜਗ੍ਹਾ ਤੇ। ਦੇਖੋ ਹੁਣ ਆਪਾਂ ਇੱਥੇ ਗੱਲ ਕਰੀ ਵੇਰੀਅਸ ਸਟੇਟ ਦੀ, ਕੁਝ ਸਟੇਟ ਇਹਦੇ ਵਿੱਚ ਨਹੀਂ, ਨੋ ਡਾਊਟ, ਲੇਕਿਨ ਸਿਰਫ ਸਪੈਸ਼ਲ 4 ਸਟੇਟਸ ਜਿਨ੍ਹਾਂ ਨੂੰ ਸਪੈਸ਼ਲ ਦਰਜਾ ਦਿੱਤਾ ਜਾਂਦਾ ਟ੍ਰਾਈਬਲ ਏਰੀਆਜ਼ ਦਾ, ਉਹ ਕਿਹਦੇ ਵਿੱਚ ਹੈਗੀਆਂ ਨੇ, ਉਹ ਹੈਗੀਆਂ 6ਵੇਂ ਸ਼ਡਿਊਲ ਦੇ ਵਿੱਚ। ਜਸਟ ਤੁਸੀਂ ਯਾਦ ਕਰਨ ਵਾਸਤੇ ਕਹਿ ਸਕਦੇ ਹੋ, ਜਿਵੇਂ ਆਪਾਂ AM ਤੇ PM ਲਿਖਦੇ ਆ ਟਾਈਮ ਲਈ, ਤਾਂ ਇੱਥੇ ਆਪਾਂ ਲਿਖ ਲੈ AM ਤੇ PM, ਠੀਕ ਹੈ। ਇੱਥੇ 4 ਸਟੇਟ ਹੈਗੀਆਂ ਨੇ ਜਿਨ੍ਹਾਂ ਨੂੰ ਟ੍ਰਾਈਬਲ ਏਰੀਆ ਜਿਹੜੇ ਹੈਗੇ ਉਹ ਪ੍ਰਸ਼ਾਸਨ ਕਿਹਦੇ ਹੱਥ 'ਚ ਆਉਂਦਾ, ਉਹ ਆਉਂਦਾ 6ਵੇਂ ਸ਼ਡਿਊਲ ਦੇ ਵਿੱਚ। ਤਾਂ ਉਹ ਆਪਣੇ ਕੋਲ 4 ਸਟੇਟਸ ਕਿਹੜੀਆਂ ਨੇ, ਇਹ ਤੇ ਆਪਣੇ ਕੋਲ ਹੈਗਾ ਅਸਮ, ਮਿਜ਼ੋਰਮ, त्रिपुरा एंड लास्ट वन इज मेघालय। तो अपने को 4 ने असम, त्रिपुरा, मेघालय, मिजोरम, असम, मिजोरम, त्रिपुरा, मेघालय, बस जिदा भी याद कर सकते हो। तो अपने को आ 4 स्टेट्स का प्रशासन है वो प्रशासन किते विच आ रहा है 6वें शेड्यूल दे विच। अदरवाइज बाकी जेडे ट्राइबल एरियाज रह जाएंगे इन्हां नूं स्पेशल प्रोविजन ने मैं आने वाले लेक्चर दसूंगा स्पेशल प्रोविजन की ने। तो जेडे बाकी रह जाएंगे वो बाकी सारे दी एडमिनिस्ट्रेशन किदे विच रहेगी 5वें शेड्यूल दे विच। तो अपने पहले 6 शेड्यूल सी, अज दे लेक्चर विच पहले 6 शेड्यूल ही कवर हो पाएंगे। अगले लेक्चर दे विच फर्दर लेक्चर अगले 6 शेड्यूल जेडे 12 शेड्यूल टोटल पूरे करने ने मैं क्या सी पहला 8 सी हुण 12 ने, तो वो आपां कवर करांगे। तो इहनू एक बार नोट डाउन करो, हल्की जी रिवीजन आपां देख लैंदे आ। रिवीजन दे विच अगर मैं दस्सां अपने कोल जेडे शेड्यूल सी, सब तो पहला शेड्यूल जेड़ा हैगा सी, वो पहला शेड्यूल सब तो पहला केड़ा सी, फर्स्ट शेड्यूल अपने कोल सी लिस्ट ऑफ स्टेट्स है ना। सेकंड शेड्यूल अपने कोल सी सैलरीज। थर्ड शेड्यूल आपां देखा ओथ। चौथा देखा एलोकेशन ऑफ सीट्स इन राज्यसभा, एलोकेशन इन राज्यसभा।
तो जस्ट याद करने वास्ते मैं क्या सी गवर्नमेंट पहला नोटिफिकेशन निकालेगी कि लिस्ट निकालेगी, लिस्ट काली स्टेट के यूटीज दी, आपा सैलरी देखांगे, आपा नु शपथ दिलवाई देगी, फाइनली आपा नु सीट मिल जाएगी, दैट इज एलोकेशन। पंजवां ते छेवां शेड्यूल सिंपल एडमिनिस्ट्रेशन हैगी सी, इथे शेड्यूल एरिया प्लस शेड्यूल ट्राइब दी, इधर कल्ले ट्राइबल एरिया दी किथे AM TM असम मिजोरम त्रिपुरा मेघालय। ਤਾਂ ਇਹ ਅੱਜ ਦਾ ਲੈਕਚਰ ਸੀ ਆਪਣਾ ਫਸਟ 6 ਸ਼ਡਿਊਲ ਆਪਣੇ ਇੱਥੇ ਕਵਰ ਹੁੰਦੇ ਆ। ਤਾਂ ਪਹਿਲੇ 6 ਸ਼ਡਿਊਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਪਾਰਟ ਆਪਾਂ ਛੱਡਿਆ ਹੋਏਗਾ। ਦੇਖੋ ਆਪਣਾ ਜਿਹੜਾ ਲੈਕਚਰ ਰਹਿੰਦਾ ਹੈ, ਆਪਣੇ ਲੈਕਚਰ ਦੇ ਵਿੱਚ ਜਿਹੜਾ ਇੱਕ ਕਲਾਸ ਦੇ ਵਿੱਚ 1 ਘੰਟੇ ਦਾ ਕੰਮ ਹੁੰਦਾ ਹੈ, ਅਪਰੋਕਸੀਮੇਟ 30 ਤੋਂ 35 ਮਿੰਟ ਸੇ ਕਵਰ ਹੋ ਜਾਂਦਾ ਹੈ। ਤਾਂ ਐਦਾਂ ਨਾ ਸੋਚਣਾ ਵੀ ਆਪਣਾ ਜਿਹੜਾ ਲੈਕਚਰ ਸ਼ਡਿਊਲ ਚੱਲ ਰਿਹਾ ਵੀ ਉਹ ਥੋੜਾ ਸਲੋ ਹੈ। रीजन की है एक्चुअल ਦੇ ਵਿੱਚ अगर देखिए ना तो अगर मैं सारे का सारा एकदम सारा करवा दूं वैसे याद भी नहीं होना है ना, याद भी नहीं होना। ਉਹਦੇ ਤੋਂ ਬਾਅਦ अगर ਆਪਾਂ ਗੱਲ ਕਰੀਏ ਅੱਗੇ ਵੀ ਅਗਲਾ ਪਾਰਟ ਜਿਹੜਾ ਹੈਗਾ ਉਹਦੀ ਤੁਸੀਂ ਵੇਟ ਕਰਦੇ ਹੋ ਤਾਂ ਆਪਾਂ ਇਦਾਂ ਕਰਿਆ ਕਰਾਂਗੇ, ਇੱਕ ਵੀਡੀਓ ਦੇ ਵਿੱਚ ਇੱਕ ਪਾਰਟ ਆਰਾਮ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਅਦਰਵਾਈਜ਼ ਇਹ ਜਿਹੜਾ ਤੁਹਾਡੇ ਕੋਲ 6 ਸ਼ਡਿਊਲ ਹੋ ਗਏ ਇਹਨੂੰ ਰਿਵਾਈਜ਼ ਕਰਨਾ, ਇਹਨੂੰ ਰਿਵਾਈਜ਼ ਕਰੋਗੇ ਜਿਵੇਂ ਹੀ ਅਗਲਾ ਲੈਕਚਰ ਤੁਹਾਡੇ ਕੋਲ ਆਏਗਾ ਤਾਂ ਪਹਿਲਾਂ ਤੁਹਾਡੇ ਕੋਲ ਰਿਵੀਜ਼ਨ ਹੋਣੀ ਜ਼ਰੂਰੀ ਹੈ। ਦੇਖੋ ਜਿੰਨੀ ਰਿਵੀਜ਼ਨ ਕਰੋਗੇ ਨਾ ਤੁਹਾਡਾ ਹੀ ਬੈਨੀਫਿਟ ਹੈ। अगर पहला रिवीजन होएगी तो फर्दर आगे ਤੁਹਾਡੇ ਕੋਲ ਲੈਕਚਰ ਜਿਹੜਾ ਹੈਗਾ ਉਹ ਜ਼ਿਆਦਾ ਸਮਝ ਆਏਗਾ। ਪਹਿਲੇ 6 ਸ਼ਡਿਊਲ ਮੈਂ ਅਗਲੇ ਲੈਕਚਰ ਦੇ ਵਿੱਚ ਤੁਹਾਨੂੰ ਵਾਪਸ ਕੀ ਕਰਾਂਗਾ, ਰਿਵਾਈਜ਼ ਵੀ ਕਰਵਾਵਾਂਗਾ, ਰਿਪੀਟ ਕਰਾਵਾਂਗਾ ਤਾਂ ਕਿ ਜਿਹੜੇ ਆਪਣੇ 6 ਦੇ 6 ਸ਼ਡਿਊਲ ਹੈ ਇਹਨੂੰ ਮਾਈਂਡ ਚੋਂ ਸਕਿਪ ਨਾ ਹੋ ਜਾਣ। ਜਿਹੜੇ ਅੱਗੇ ਆਉਣ ਵਾਲੇ 6 ਸ਼ਡਿਊਲ ਹੈ ਉਹ ਇਹਨਾਂ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਨੇ, ਜਿਹੜੇ ਐਗਜ਼ਾਮ ਦੇ ਵਿੱਚ ਸਿੱਧਾ ਆਉਂਦੇ ਹੁੰਦੇ ਆ। 8ਵਾਂ ਸ਼ਡਿਊਲ ਹੈ, 9ਵਾਂ 10ਵਾਂ 11ਵਾਂ 12ਵਾਂ ਦਾ ਬਹੁਤ ਇੰਪੋਰਟੈਂਟ ਹੈ ਬਿਕੋਜ਼ ਉਹ ਬਾਅਦ ਵਿੱਚ ਐਡ ਹੋ ਰਿਹਾ। ਤਾਂ ਥੈਂਕ ਯੂ ਸੋ ਮਚ। ਆਪਾਂ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ। ਅਗਲੇ ਜਿਹੜੇ 6 ਸ਼ਡਿਊਲ ਹੋਣਗੇ ਆਪਣਾ ਨੈਕਸਟ ਲੈਸਨ ਕਵਰ ਕਰਾਂਗੇ। ਥੈਂਕ ਯੂ।